ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ ਜੀ। ਭਾਸਕਰ ਸਾਹਿਬ ਵੈਲਕਮ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਖਬਰਾਂ ਤੇ ਬਹੁਤ ਨੇ, ਪਰ ਸਭ ਤੋਂ ਪਹਿਲਾਂ ਆਪਾਂ ਲੈਣੀ ਆ ਜੇਲ੍ਹ ਦੇ ਬਾਹਰ ਜਿਹੜੀ ਖੁੱਲੀ ਕੰਟੀਨ ਤੇ ਜਿੱਥੇ ਟੇਵਿਆਂ ਦੇ ਹਿਸਾਬ ਨਾਲ ਬੜੇ ਵੀਆਈਪੀਜ਼ ਰੋਟੀ ਮੰਗਵਾ ਖਾ ਰਹੇ ਆ। ਤੇ ਦੂਜਾ ਮਾਮਲਾ ਨਾਲ ਹੀ ਲੈਣਾ ਪੋਪਲੀ ਸਾਹਿਬ ਦਾ, ਕਹਿੰਦੇ ਸਾਰੇ ਠੇਕੇਦਾਰਾਂ ਨੂੰ ਫਰਮਾਨ ਅਨਅਫੀਸ਼ੀਅਲ ਜਾਰੀ ਹੋ ਗਿਆ ਵੀ ਆਪਣੇ ਆਪਣੇ ਦੁੱਖ ਦੱਸ ਦਿਓ ਜੇ ਕਿਧਰੇ ਹੋਰ ਵੀ ਕੁਝ ਹੋਇਆ। ਬਾਕੀ ਉਹ 'ਚ ਖਬਰਾਂ ਅਤਿਮ ਨੇ। ਸੋਨੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਆ, ਲੇਕਿਨ ਸਵਾਲ ਅਜੇ ਵੀ ਅਧੂਰੇ ਖੁੱਲੇ ਅਸਮਾਨ 'ਚ ਛੱਡ ਗਏ। ਰਾਜਾ ਵੜਿੰਗ ਸਾਹਿਬ ਕਹਿੰਦੇ ਸੀਬੀਆਈ ਤੋਂ ਕਰਾ ਲਓ, ਪਰ ਕਾਲੀ ਟਿਕਦੇ ਨਹੀਂ। ਉਹ ਕਹਿੰਦੇ ਇਹ 30 ਕਰੋੜ ਦਾ ਘੱਟੋ ਘੱਟ 30 ਕਰੋੜ ਕੱਢ ਕੇ ਰਹਿਣਾ। ਸਵਾਲ ਠੇਕੇਦਾਰਾਂ ਨੇ ਵੀ ਛੋਟਾ ਨਹੀਂ ਪਾਇਆ। ਉਹਨਾਂ ਪੰਜਾਬ ਦਾ ਸਾਬਕਾ ਏਜੀ ਖਿਲਾਰਤਾ ਅਦਾਲਤ ਵਿੱਚ ਸਰਕਾਰ ਦੇ ਖਿਲਾਫ, ਤੇ ਸਵਾਲ ਸਨਅਤਕਾਰ ਵੀ ਔਖਾ ਪਾ ਰਿਹਾ। ਸਵਾਲ ਵਿਧਾਨ ਸਭਾ 'ਚ ਵੀ ਬਹੁਤ ਹੋਏ ਆ, ਰੌਚਕਤਾ ਵੀ ਬੜੀ ਆ। ਇਹ ਸਾਰੇ ਸਵਾਲ ਲੈਣੇ ਆ, ਲੇਕਿਨ ਸਭ ਤੋਂ ਪਹਿਲਾਂ ਮੈਨੂੰ ਇਹ ਦੱਸਿਓ ਵੀ ਸੁਣਿਆ ਪਟਿਆਲੇ ਜੇਲ੍ਹ ਦੇ ਬਾਹਰੋਂ ਜੇਲ੍ਹ ਦੀ ਰੋਟੀ ਮਿਲੀ ਜਾਂਦੀ ਹੈ, ਕਿੰਨੀ ਕੁ ਸੱਚਾਈ ਹੈ ਇਹਦੇ 'ਚ? ਰੰਧਾਵਾ ਜੀ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਪਟਿਆਲਾ ਜੇਲ੍ਹ ਦੇ ਬਾਹਰ ਇੱਕ ਨਵਾਂ ਢਾਬਾ ਖੁੱਲਿਆ, ਜਿਹਦੇ ਵਿੱਚ ਇਸ ਗੱਲ ਦੇ ਵਿੱਚ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਇੱਥੇ ਜੇਲ੍ਹ ਦੀ ਰੋਟੀ ਮਿਲਦੀ ਹੈ। ਯਾਨੀ ਜਿਹੜੀ ਰੋਟੀ ਕੈਦੀਆਂ ਨੂੰ ਖਵਾਈ ਜਾਂਦੀ ਹੈ ਉਹ ਇੱਥੇ ਪੈਸੇ ਦੇ ਕੇ ਮਿਲ ਜਾਂਦੀ ਹੈ। ਇਹਦੇ ਵਾਸਤੇ ਗਾਹਕ ਵੀ ਬੜੇ ਜ਼ਬਰਦਸਤ ਵੱਧ ਰਹੇ ਨੇ, ਔਰ ਉਹ ਵੀ ਤਦ ਜਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭ੍ਰਸ਼ਟਾਚਾਰ ਦੇ ਖਿਲਾਫ ਹੱਲਾ ਬੋਲਿਆ ਹੋਇਆ। ਇਹ ਢਾਬਾ ਕਾਂਗਰਸੀਆਂ ਦੇ ਰਾਜ ਵਿੱਚ ਵੀ ਖੁੱਲਿਆ ਸੀਗਾ, ਪਰ ਕਹਿੰਦੇ ਚਲਿਆ ਚੁਲਿਆ ਨਹੀਂ। ਉਹ ਕਹਿੰਦੇ 75-25 ਕਰਕੇ ਨਹੀਂ ਚਲਿਆ। ਪਰ ਹਾਂ, ਹੁਣ ਇਸ ਢਾਬੇ ਦੇ ਵਿੱਚ ਖਰੀਦਾਰਾਂ ਦੀ ਔਰ ਲਾਈਨ ਲੱਗ ਕੇ ਵੀ ਰੋਟੀ ਦੇਣ ਦੀ ਤਿਆਰੀ ਚੱਲ ਰਹੀ ਹੈ, ਕਿਉਂਕਿ ਬਹੁਤ ਸਾਰੇ ਜੋਸ਼ੀਆਂ ਨੇ, ਬਹੁਤ ਸਾਰੇ ਲੀਡਰਾਂ ਨੂੰ, ਅਫਸਰਾਂ ਨੂੰ ਇਹ ਰਾਏ ਦਿੱਤੀ ਹੈ ਕਿ ਤੁਸੀਂ ਅਗਰ ਜੇਲ੍ਹ ਦੀ ਰੋਟੀ ਖਾ ਲਓ ਤੇ ਬਾਅਦ ਚੋਂ ਜੇਲ੍ਹ ਤੋਂ ਜਾਣ ਤੋਂ ਬਚ ਸਕਦੇ ਹੋ। ਰੰਧਾਵਾ ਜੀ, ਇਸ ਗੱਲ ਤੋਂ ਮੈਨੂੰ ਇੱਕ ਇਨਸੀਡੈਂਟ ਵੀ ਯਾਦ ਆਇਆ ਕਿ ਕੁਝ ਸਾਲ ਪਹਿਲੇ ਇੱਕ ਅਫਸਰ ਨੇ ਮੈਨੂੰ ਅਪਰੋਚ ਕੀਤਾ। ਬੜੇ ਵੱਡੇ ਅਫਸਰ ਸੀਗੇ ਕਿ ਮੈਨੂੰ ਕੋਈ ਅਰੇਂਜਮੈਂਟ ਕਰ ਦਿਓ ਕਿ ਵੀ ਮੈਂ ਜੇਲ੍ਹ ਦੀ ਰੋਟੀ ਖਾਣੀ ਹੈ। ਮੈਨੂੰ ਕਿਸੇ ਜੋਸ਼ੀ ਨੇ ਕਿਹਾ, ਤੇ ਕਪੂਰਥਲਾ ਜੇਲ੍ਹ ਦੇ ਵਿੱਚ ਕਿਸੇ ਦੋਸਤ ਯਾਰ ਨਾਲ ਜਾਂ ਜੇਲਰ ਦੀ ਅਪਰੋਚ ਕਰਕੇ ਆਪਾਂ ਉੱਥੇ ਚਲੇ ਗਏ। ਤੇ ਉਸ ਅਫਸਰ ਨੇ ਜਦ ਰੋਟੀ ਖਾਣੀ ਸ਼ੁਰੂ ਕੀਤੀ ਤੇ ਪੇਟ ਭਰ ਕੇ ਰੋਟੀ ਖਾਈ। ਉਹ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, 4 ਰੋਟੀਆਂ ਖਾ ਗਿਆ। ਤੇ ਮੈਂ ਪੁੱਛ ਲਿਆ, ਜੀ ਸਰ ਤੁਹਾਨੂੰ ਇਹ ਰੋਟੀ ਬਹੁਤ ਪਸੰਦ ਆਈ, ਇਸ ਕਰਕੇ ਖਾ ਰਹੇ ਹੋ? ਉਹ ਕਹਿੰਦੇ ਨਹੀਂ ਜੀ, ਜੋਸ਼ੀ ਨੇ ਕਿਹਾ ਸੀ ਪੇਟ ਭਰ ਕੇ ਖਾਓ। ਤੇ ਮੈਂ ਕਿਹਾ ਜੀ ਚਲੋ ਚਲੋ ਪੇਟ। ਫਿਰ ਉਸ ਤੋਂ ਬਾਅਦ ਉਹਨਾਂ ਨੇ ਜੇਲਰ ਨੂੰ ਪੁੱਛਿਆ ਜੀ ਕਿੰਨੇ ਪੈਸੇ ਹੋਏ? ਉਹ ਕਹਿੰਦੇ ਜੀ ਰਹਿਣ ਦਿਓ। ਪਰ ਕਿਉਂਕਿ ਉਸ ਅਫਸਰ ਨੇ ਆਪਣੀ ਆਇਡੈਂਟੀਟੀ ਨਹੀਂ ਰਿਵੀਲ ਕੀਤੀ ਸੀਗੀ, ਪਰ ਉਹਨਾਂ ਨੇ ਇਹ ਜਿੱਦ ਜ਼ਰੂਰ ਫੜਦੀ ਵੀ ਪੈਸੇ ਜ਼ਰੂਰ ਦੇਣੇ ਆ। ਫਿਰ ਇੱਕ ਰਸੀਦ ਕਟਾਈ ਗਈ, ਬਕਾਇਦਾ ਪੈਸੇ ਦਿੱਤੇ ਗਏ, ਤੇ ਉਸ ਤੋਂ ਬਾਅਦ ਬਾਹਰ ਆਏ। ਮੈਨੂੰ ਪੋਪਲੀ ਸਾਹਿਬ ਦਾ ਦੱਸਿਓ ਤੁਸੀਂ। ਉਹ ਵੀ ਗੈਰ ਰਸਮੀ ਗੱਲਬਾਤ 'ਚ ਕਹਿੰਦੇ ਸੀ ਵੀ ਉਹਨਾਂ ਦੀ ਜਿਹੜੀ ਉਹਨਾਂ ਦੇ ਸਮੇਂ ਦੇ ਕੰਮਕਾਜ ਹੈ, ਸਾਰੇ ਠੇਕੇਦਾਰਾਂ ਨੂੰ ਕਿਹਾ ਗਿਆ ਵੀ ਕਿਸੇ ਹੋਰ ਕੋਲ ਵੀ ਕੋਈ ਡਾਟਾ ਤੇ ਦੇ ਦਿਓ ਭਾਈ, ਅਸੀਂ ਤਾਂ ਹੁਣ ਲੱਗੇ ਹੀ ਆ ਕੰਮ ਤੇ। ਦੇਖੋ, ਇੱਕ ਤਰੀਕੇ ਨਾਲ ਨਾ ਪੋਪਲੀ ਸਾਹਿਬ ਦੇ ਖਿਲਾਫ ਠੇਕੇਦਾਰਾਂ ਨੇ ਕੰਪਲੇਂਟਾਂ ਦਾ ਪਿਟਾਰਾ ਜਿਹਾ ਖੋਲਤਾ ਹੈ। 6 ਕੁ ਠੇਕੇਦਾਰ ਤੇ ਪਰਸੋਂ ਤੱਕ ਹੀ ਆ ਚੁੱਕੇ ਸੀਗੇ, ਔਰ ਲਗਾਤਾਰ 700 ਕਰੋੜ ਦੇ ਕੀਤੇ ਹੋਏ ਕੰਮਾਂ ਦੇ ਠੇਕੇਦਾਰ ਵਿਜੀਲੈਂਸ ਨੂੰ ਅਪਰੋਚ ਕਰ ਰਹੇ ਨੇ ਵੀ ਮੇਰੇ ਤੋਂ ਇੰਨੇ ਤੇ ਮੇਰੇ ਤੋਂ ਇੰਨੇ ਮੰਗੇ। ਹੁਣ ਅੱਜ ਪੋਪਲੀ ਸਾਹਿਬ ਨੂੰ ਪੇਸ਼ ਕਰਨਾ ਹੈ ਜਿਹੜਾ ਕੋਰਟ ਦੇ ਵਿੱਚ। ਉਸ ਤੋਂ ਪਹਿਲੇ ਇੱਕ ਠੇਕੇਦਾਰਾਂ ਦੀ ਸੂਚੀ ਲਿਸਟ ਬਣਾਈ ਗਈ ਹੈ, ਔਰ ਲਿਸਟ ਦੇ ਹਿਸਾਬ ਨਾਲ ਇੱਕ ਇੱਕ ਠੇਕੇਦਾਰ ਨੂੰ ਬੁਲਾ ਕੇ ਵੀ ਤੁਹਾਡਾ ਕੀ ਕੇਸ ਹੈ, ਤੁਹਾਡੀ ਕੀ ਕੰਪਲੇਂਟ ਹੈ, ਕੀ ਸਬੂਤ ਹੈ, ਉਹ ਸਾਰੀ ਗੱਲਾਂ ਦਾ ਵਿਜੀਲੈਂਸ ਡਿਪਾਰਟਮੈਂਟ ਇੱਕ ਰਿਕਾਰਡ ਇਕੱਠਾ ਕਰ ਰਿਹਾ, ਜਿਹਦੇ ਕਰਕੇ ਪੋਪਲੀ ਉਹਨਾਂ ਦੀ ਜਿਹੜੀ ਦਿੱਕਤਾਂ ਹੈਗੀਆਂ ਜਾਂ ਮੁਸੀਬਤਾਂ ਹੈਗੀਆਂ ਉਹ ਆਉਣ ਵਾਲੇ ਟਾਈਮ ਵਿੱਚ ਹੋਰ ਵੱਧ ਸਕਦੀਆਂ। ਹੋ ਸਕਦਾ ਹੈ ਇਸ ਆਧਾਰ ਦੇ ਉੱਤੇ ਅੱਜ ਵਿਜੀਲੈਂਸ ਡਿਪਾਰਟਮੈਂਟ ਉਹਨਾਂ ਦਾ ਰਿਮਾਂਡ ਐਕਸਟੈਂਡ ਕਰਾਏ। ਮੁੱਖ ਮੰਤਰੀ ਸਾਹਿਬ ਨੂੰ ਅਸੀਂ ਮੌਕਾ ਸੰਭਾਲਣ ਦੀ ਅਪੀਲ ਕੀਤੀ ਸੀ 2 ਦਿਨ ਪਹਿਲਾਂ ਆਪਣੇ ਇੱਕ ਐਪੀਸੋਡ 'ਚ, ਵੀ ਸਾਹਮਣੇ ਆਓ, ਪੰਜਾਬ ਦੇ ਲੋਕਾਂ ਨੂੰ ਦੱਸੋ ਪੰਜਾਬ ਦੀ ਵਿੱਤੀ ਸਥਿਤੀ ਕੀ ਆ, ਕਿੰਨੇ ਕੁ ਘਪਲੇ ਆ, ਤੇ ਤੁਸੀਂ ਅੱਗੇ ਕਿਵੇਂ ਵਧਣਾ ਹੈ। ਤੇ ਉਹਨਾਂ ਨੇ ਕੱਲ ਵਾਈਟ ਪੇਪਰ ਦੀ ਗੱਲ ਕਰਕੇ ਇਹ ਸਾਡਾ ਮਾਣ ਤਾਣ ਜਿਹਾ ਰੱਖ ਲਿਆ। ਹੁਣ ਇਸ ਵਾਈਟ ਪੇਪਰ ਦੇ ਵਿੱਚ ਕੀ ਕੀ ਹੋਣ ਵਾਲਾ ਇਹ ਤਾਂ ਅੱਗੇ ਜਾ ਕੇ ਦੇਖਾਂਗੇ, ਪਰ ਜੋ ਵਿਧਾਨ ਸਭਾ 'ਚ ਹੋ ਰਿਹਾ ਉਹ ਕਾਫੀ ਦਿਲਚਸਪ ਆ। ਉਂਝ ਆਪਾਂ ਜਿਹੜਾ ਸੋਨੀ ਸਾਹਿਬ ਦਾ ਕੱਲ ਦਰਦ ਸੀ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਰੱਖਿਆ ਸਾਹਮਣੇ। ਉਹ ਕਹਿੰਦੇ ਕਿ ਇਹ ਸਭ ਜੋ ਬਣਾਇਆ ਜਾ ਰਿਹਾ ਨਾ, ਇਹ ਸਭ ਝੂਠ ਹੈ। ਦਰਅਸਲ ਰਾਜਾ ਵੜਿੰਗ ਵੀ ਕੱਲ ਕਾਫੀ ਖਫਾ ਸੀਗੇ ਕਿ ਇਹ ਅਕਾਲੀਏ ਆਰਟੀਆਈ ਦਾ ਇਸ਼ਾਰਾ ਦੇ ਕੇ ਮੈਨੂੰ 30 ਕਰੋੜ ਦਾ ਦੱਸੀ ਜਾਂਦੇ, ਕਰਾ ਲਓ ਸੀਬੀਆਈ ਤੋਂ ਜਾਂਚ। ਸੋਨੀ ਸਾਹਿਬ ਨੇ ਵੀ ਇਹੀ ਕਿਹਾ ਵੀ ਉੱਪਰੋਂ ਕਰਾਓ ਕਿਤੇ ਜਾਂਚ। ਪਰ ਇਹਦੇ 'ਚ ਇੱਕ ਗੱਲ ਕਾਮਨ ਸੀ
ਮੈਨੂੰ ਲੱਗਦਾ ਸਾਬਕਾ ਮੰਤਰੀਆਂ ਨੇ ਫੈਸਲਾ ਕਰ ਲਿਆ ਵੀ ਸਾਨੂੰ ਕੱਲਿਆਂ ਨੂੰ ਘੇਰਨ ਨੂੰ ਫਿਰਦੇ ਆ, ਅਫਸਰ ਨਾਲ ਘੇਰੋ। ਉਹ ਕਹਿੰਦੇ ਨੋਟਿੰਗ ਤੇ ਸਾਰੀ ਅਫਸਰਾਂ ਦੀ ਹੁੰਦੀ, ਸਾਨੂੰ ਤੁਸੀਂ ਕਹਿੰਦੇ ਹੋ ਜਿਨ੍ਹਾਂ ਨੇ ਥੱਲਿਓਂ ਪ੍ਰਪੋਜ਼ਲ ਬਣਾ ਕੇ ਲਿਆਂਦੀ ਉਹਨਾਂ ਨੂੰ ਛੱਡੀ ਜਾਂਦੇ ਹੋ। ਮਤਲਬ ਜਦੋਂ ਗੱਲ ਅਫਸਰਾਂ ਤੇ ਆਊਗੀ ਤਾਂ ਫਿਰ ਗੱਲ ਰੁਕ ਰੱਖ ਜਾਊਗੀ। ਮੈਨੂੰ ਲੱਗਦਾ ਸਕੀਮ ਤਗੜੀ ਆ। ਪਰ ਜੇ ਕਿਸੇ ਇੰਸ਼ੋਰੈਂਸ ਕੰਪਨੀ ਨੂੰ ਬਾਹਰ ਨਿਕਲਣ ਦਾ ਰਾਹ ਦਿੱਤਾ ਗਿਆ ਤਾਂ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਭਾਈ ਉਹਨੇ ਕੋਈ ਸਿਕਿਉਰਿਟੀ ਜਮ੍ਹਾਂ ਕਰਾਈ ਹੋਊਗੀ ਨਾ, ਕਿਸੇ ਵੀ ਐਗਰੀਮੈਂਟ 'ਚ ਕੋਈ ਸਿਕਿਉਰਿਟੀ ਰਕਮ ਤਾਂ ਹੁੰਦੀ ਹੋਊਗੀ, ਜਾਂ ਕੋਈ ਬਾਂਡ ਭਰਿਆ ਹੋਊਗਾ, ਉਹ ਜ਼ਬਤ ਕਰਨ ਦੀ ਗੱਲ ਹੋਊ, ਬੈਂਕ ਗਰੰਟੀ ਹੋਊਗੀ, ਕੁਝ ਕੀਤਾ ਜੇ। ਦੂਜੇ ਬੰਨੇ ਕੀ ਏਜੀ ਦੀ ਰਿਪੋਰਟ ਹੈਗੀ ਹੈ ਜਾਂ ਕਿਸੇ ਪ੍ਰਾਈਵੇਟ ਵਕੀਲ ਤੋਂ ਹੀ ਸਲਾਹ ਲੈ ਕੇ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾਤਾ? ਤੇ ਜੇ ਬਾਹਰ ਚੱਲੇ ਸੀ ਤਾਂ ਕੀ ਉਹਨਾਂ ਦੀ ਟਰਮੀਨੇਸ਼ਨ ਤੋਂ ਪਹਿਲਾਂ ਕੋਈ ਨੋਟਿਸ ਜਿਹੜਾ ਹੁੰਦਾ ਉਹ ਦਿੱਤਾ ਗਿਆ? ਇਹ ਸਾਰੇ ਸਵਾਲ ਨੇ। ਵੈਸੇ ਦੁੱਖ ਸਾਂਝਾ ਜਿਹਾ ਦੱਸਿਓ ਰਾਜਾ ਵੜਿੰਗ ਸਾਹਿਬ ਔਰ ਓਪੀ ਸੋਨੀ ਸਾਹਿਬ ਦਾ, ਕਿਉਂਕਿ ਦੋਨੇ ਹੀ ਬੜੇ ਅਹਿਮ ਨੇ ਕਾਂਗਰਸ ਲਈ। ਦੇਖੋ, ਸੋਨੀ ਸਾਹਿਬ ਦੇ ਉੱਤੇ ਕਈ ਟਾਈਮ ਤੋਂ ਇੱਕ ਆਰੋਪ ਲੱਗ ਰਿਹਾ ਸੀ ਵੀ ਸੈਨੀਟਾਈਜ਼ਰ ਜਦ ਉਹਨਾਂ ਨੇ ਖਰੀਦੇ ਸੀਗੇ, ਖਾਸ ਕਰਕੇ ਕਰੋਨਾ ਕਾਲ ਦੇ ਵਿੱਚ, ਔਰ ਇਲੈਕਸ਼ਨ ਕਮਿਸ਼ਨ ਦੇ ਵਾਸਤੇ ਵੀ ਖਰੀਦੇ ਸੀ ਜਦ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਸੀਗੀ, ਉਹਦੇ ਵਿੱਚ ਰੇਟ 'ਚ ਬਹੁਤ ਡਿਫਰੈਂਸ ਸੀਗਾ। ਜਦ ਇਲੈਕਸ਼ਨ ਕਮਿਸ਼ਨ ਦੇ ਵਿੱਚ ਖਰੀਦੇ ਗਏ ਤੇ ਉਹ 58 ਰੁਪਏ ਦੇ ਖਰੀਦੇ ਗਏ, ਔਰ ਜਦ ਉਹ ਪੰਜਾਬ ਹੈਲਥ ਕਾਰਪੋਰੇਸ਼ਨ ਵਾਸਤੇ ਖਰੀਦੇ ਗਏ ਤੇ ਉਹ 160 ਰੁਪਏ ਦੇ ਸੀਗੇ। ਇਹਦੇ ਉੱਤੇ ਇੱਥੇ ਤੱਕ ਵੀ ਖਬਰਾਂ ਛਪੀਆਂ ਕਿ 200 ਕਰੋੜ ਦਾ ਘੁਟਾਲਾ ਹੋ ਗਿਆ। ਕੱਲ ਸੋਨੀ ਸਾਹਿਬ ਦਾ ਦਰਦ ਚੱਲ ਗਿਆ, ਕਹਿੰਦੇ ਟੋਟਲ 2.5 ਕਰੋੜ ਦੀ ਤੇ ਪਰਚੇਜ਼ ਹੋਈ ਸੀ। ਆ ਮੀਡੀਆ ਜਾਂ ਲੋਕ ਕਹੀ ਜਾਂਦੇ ਆ ਵੀ 200 ਕਰੋੜ ਦਾ ਹੋ ਗਿਆ। ਉਹ ਨਾਲ ਉਹਨਾਂ ਦੇ ਇੱਕ ਵਕੀਲ ਵੀ ਬੈਠੀ ਹੋਈ ਸੀ, ਯਾਨੀ ਪੂਰੀ ਤਿਆਰੀ ਦੇ ਨਾਲ ਆਏ ਸੀਗੇ ਉਹ, ਵੀ ਜੇ ਕੋਈ ਕ੍ਰਾਸ ਕੁਐਸਚਨ ਹੋ ਗਿਆ ਤੇ ਆ ਸਾਡੇ ਕੋਲ ਆਪਣਾ ਪੂਰਾ ਲੀਗਲ ਕਾਗਜ਼ਾਤ ਹੈਗੇ ਨੇ ਕਿ ਵੀ ਆਪਾਂ ਪੂਰਾ ਜਵਾਬ ਦੇਵਾਂਗੇ। ਫਿਰ ਉਸ ਬਾਰੇ 'ਚ ਜਿਹਦੇ ਬਾਰੇ ਚ ਕਿਹਾ ਜਾਂਦਾ ਸੀਗਾ ਵੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਜਿਹਨੂੰ ਆਯੁਸ਼ਮਾਨ ਸਕੀਮ ਵੀ ਸੀਗੀ, ਉਹਨੂੰ ਤੁਸੀਂ 29 ਦਸੰਬਰ ਨੂੰ ਇਸ ਤਰੀਕੇ ਨਾਲ ਰੱਦ ਕਰਤਾ ਕਿ ਕੰਪਨੀ ਨੂੰ ਭੱਜਣ ਦੀ ਰਾਹ ਦੇ ਦਿੱਤੀ। ਉਹਦੇ ਉੱਤੇ ਸਭ ਤੋਂ ਪਹਿਲੇ ਤੇ ਉਹਨਾਂ ਨੇ ਕਿਹਾ ਵੀ ਇਹ ਸੂਬੇ ਦੀ ਸਕੀਮ ਸੀਗੀ ਨਹੀਂ, ਇਹ ਤੇ ਕੇਂਦਰ ਦੀ ਸੀਗੀ। ਔਰ ਉਸ ਸਕੀਮ ਦੇ ਵਿੱਚ ਜਿਹੜੀ SBI ਜਾਂ ਜਿਹੜੀ ਵੀ ਕੰਪਨੀ ਸੀਗੀ ਇੰਸ਼ੋਰੈਂਸ ਦੀ, ਉਹ ਕਾਫੀ ਟਾਈਮ ਤੋਂ ਡਾਕਟਰਾਂ ਨੂੰ, ਹਸਪੀਟਲਾਂ ਨੂੰ, ਜਿਨ੍ਹਾਂ ਲੋਕਾਂ ਨੇ ਇਲਾਜ ਕਰਾਏ ਨੇ, ਉਹਨਾਂ ਦੀ ਪੇਮੈਂਟ ਨਹੀਂ ਕਰ ਰਹੀ ਸੀਗੀ। ਕੰਪਲੇਂਟਾਂ ਬਹੁਤ ਸੀਗੀ। ਅਸੀਂ ਗੱਲਬਾਤ ਸ਼ੁਰੂ ਕੀਤੀ, ਗੱਲਬਾਤ ਤੋਂ ਬਾਅਦ ਕੰਪਨੀ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਅਸੀਂ ਉਹਨਾਂ ਨੂੰ, ਉਹਨਾਂ ਦਾ ਜਿਹੜਾ ਵੀ ਐਗਰੀਮੈਂਟ ਸੀਗਾ ਉਹਨੂੰ ਆਪਾਂ ਟਰਮੀਨੇਟ ਕਰਤਾ। ਹੁਣ ਇਹ ਗੱਲ ਉਹ ਕਹਿ ਕੇ ਨਿਕਲ ਤੇ ਗਏ, ਪਰ ਉਸ ਐਗਰੀਮੈਂਟ ਨੂੰ ਟਰਮੀਨੇਟ ਕਰਨ ਤੋਂ ਪਹਿਲੇ ਇਹ ਗੱਲ ਦੇਖਣ ਦੀ ਲੋੜ ਹੈ ਕਿ ਨਾਰਮਲੀ ਹਰ ਕੰਪਨੀ ਕੋਈ ਨਾ ਕੋਈ ਸਿਕਿਉਰਿਟੀ ਜਮ੍ਹਾਂ ਕਰਾਉਂਦੀ ਹੈ, ਔਰ ਜਦ ਤੁਸੀਂ ਕਿਸੇ ਦਾ ਐਗਰੀਮੈਂਟ ਟਰਮੀਨੇਟ ਕਰਦੇ ਹੋ ਉਹਦੇ ਵਿੱਚ ਉਹਨੂੰ, ਉਸ ਕੰਪਨੀ ਨੂੰ ਕੋਈ ਪੈਨਲਟੀ ਵੀ ਲਾਈ ਜਾਂਦੀ ਹੈ। ਪਰ ਐਦਾਂ ਦੀ ਕੋਈ ਵੀ ਐਕਟੀਵਿਟੀ ਇਹਦੇ ਵਿੱਚ ਨਹੀਂ ਕੀਤੀ ਗਈ, ਜਿਸ ਕਰਕੇ ਇਹ ਸਾਰੀ ਐਕਟੀਵਿਟੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਔਰ ਯਾਦ ਕਰੋ, ਜਦ ਇਸ ਸਕੀਮ ਦੇ ਵਿੱਚ ਜਲੰਧਰ ਜਾਂ ਹੋਰ ਪੰਜਾਬ ਦੇ ਕਈ ਡਿਸਟ੍ਰਿਕਟ ਦੇ ਵਿੱਚ ਬੜੇ ਵੱਡੇ ਘੁਟਾਲੇ ਹੋਏ ਸੀ, ਉਹਦੇ ਵਿੱਚ ਇਲਾਜ ਕਿਸੇ ਹੋਰ ਦਾ ਹੁੰਦਾ ਸੀ, ਆਧਾਰ ਕਾਰਡ ਕਿਸੇ ਦਾ ਲੱਗਦਾ ਸੀਗਾ, ਔਰ ਉਸ ਸਕੈਮ ਦੇ ਉਜਾਗਰ ਹੋਣ ਤੋਂ ਬਾਅਦ ਲਗਾਤਾਰ ਇਹਦੀ ਪੇਮੈਂਟ ਦੇ ਵਿੱਚ ਵੀ ਦਿੱਕਤਾਂ ਆਈਆਂ। ਯਾਨੀ ਗਲਤੀ ਤਾਂ ਕਈ ਪਾਸੇ ਹੈਗੀ ਹੈ, ਪਰ ਸਰਕਾਰ ਨੇ ਜਿਸ ਤਰੀਕੇ ਨਾਲ ਉਸ ਐਗਰੀਮੈਂਟ ਨੂੰ ਟਰਮੀਨੇਟ ਕੀਤਾ, ਉਹਦੇ ਉੱਤੇ ਜ਼ਰੂਰ ਇੱਕ ਸ਼ੱਕ ਸੁਭਾ ਹੁੰਦਾ ਕਿ ਵੀ ਉਹਨੂੰ ਇੱਕ ਤਰੀਕੇ ਨਾਲ ਐਸਕੇਪ ਰੂਟ ਦਿੱਤਾ ਗਿਆ। ਹਾਂ ਭਾਸਕਰ ਸਾਹਿਬ, ਪਿਛਲੇ ਕਾਫੀ ਅਰਸੇ ਤੋਂ ਸ਼ਿਕਾਇਤਾਂ ਸੀ ਇਸ ਗੱਲ ਦੀਆਂ। ਮੇਰੀ ਕਈ ਡਾਕਟਰਸ ਨਾਲ ਗੱਲ ਹੋਈ, ਉਹ ਕਹਿੰਦੇ ਵੈਸੇ ਵਾਇਬਲ ਹੀ ਨਹੀਂ ਸੀ, ਜਿੰਨੇ ਬੈਨੀਫਿਸ਼ਰੀਜ਼ ਵਧਾਏ ਜਾ ਰਹੇ ਸੀਗੇ ਉਹਨੇ ਉਸ ਹਿਸਾਬ ਨਾਲ ਇਹ ਵਾਇਬਲ ਹੈ ਨਹੀਂ ਸੀ। ਕੰਪਨੀ ਕੋਈ ਵੀ ਇੰਨਾ ਭਾਰ ਝੱਲਣ ਲਈ ਤਿਆਰ ਨਹੀਂ ਹੁੰਦੀ, ਜਾਂ ਤਾਂ ਪਰਦੇ ਪਿੱਛੇ ਪਹਿਲਾਂ ਹੀ ਗੱਲ ਕੀਤੀ ਹੁੰਦੀ ਹੈ ਵੀ ਕੋਈ ਨਹੀਂ, ਤੁਹਾਨੂੰ ਰਾਹ ਰੂ ਦੇ ਦੇਵਾਂਗੇ, ਮਿਲ ਮੁਲ ਕੇ ਕਰ ਲਾਂਗੇ ਚੀਜ਼ਾਂ। ਜਾਂ ਦੂਜੇ ਪਾਸੇ ਇਹ ਵੀ ਅਤ ਅਹਿਮ ਸਵਾਲ ਉੱਠਦਾ ਹੈ ਕਿ ਕੰਪਨੀ ਜਿਹੜੀ ਹੈ ਉਹ ਜਦੋਂ ਜਾਣ ਲੱਗਦੀ ਹੈ ਤਾਂ ਉਹਨੂੰ ਬਲੈਕ ਲਿਸਟ ਹੋਣ ਦਾ ਡਰ ਹੁੰਦਾ ਹੈ। ਫਿਰ ਉਹਨੂੰ ਕਿਸੇ ਵੀ ਦੂਜੇ ਸੂਬੇ 'ਚ ਵੀ, ਜੇ ਮੰਨ ਲਓ ਕੋਈ ਸਰਕਾਰ ਕਿਸੇ ਨੂੰ ਬਲੈਕ ਲਿਸਟ 'ਚ ਪਾ ਦਿੰਦੀ ਹੈ, ਫਿਰ ਕੋਈ ਦੂਜਾ ਸੂਬਾ ਵੀ ਕੰਮ ਨਹੀਂ ਦਿੰਦਾ ਵੀ ਉਹਦੇ ਸੰਬੰਧੀ ਸਾਰਾ, ਜਿਵੇਂ ਕਿਸੇ ਦਾ ਸਿਬਲ ਖਰਾਬ ਹੋ ਜਾਏ ਉਹਨੂੰ ਲੋਨ ਨਹੀਂ ਮਿਲਦਾ, ਇਹਨਾਂ ਕੰਪਨੀਆਂ ਨਾਲ ਵੀ ਇੰਜ ਹੁੰਦਾ। ਸੋ ਇਹ ਜਿਹੜਾ ਬਲੈਕ ਲਿਸਟ ਕਰਨ ਦੀ ਕਾਰਵਾਈ ਸੀ, ਇਹ ਕਿਉਂ ਰੋਕੀ ਗਈ? ਦੂਜੇ ਬੰਨੇ ਕੋਈ ਬੈਂਕ ਗਰੰਟੀ ਜੇ ਸੀ ਨਹੀਂ ਤਾਂ ਉਹ ਐਗਰੀਮੈਂਟ ਵੇਲੇ ਕਿਹੜੇ ਅਧਿਕਾਰੀ ਨੇ ਨਾ ਅਹਿਲੀਅਤ ਦਿਖਾਈ? ਜੇਕਰ ਮੰਤਰੀ ਸਾਹਿਬ ਨੇ ਇਹਨੂੰ ਫਾਈਨਲ ਆਰਡਰ ਕੀਤੇ ਸੀ ਤਾਂ ਥੱਲੇ ਦੀ ਨੋਟਿੰਗ ਦੇਖ ਲਈ ਸੀ ਕਿਸੇ ਦੀ ਜਿਹੜੀ ਲੀਗਲ ਰਾਏ, ਕਿਉਂਕਿ ਸੈਂਕੜੇ ਕਰੋੜ ਦੀਆਂ ਅਦਾਇਗੀਆਂ ਵੀ ਫਸੀਆਂ ਹੋਣਗੀਆਂ। ਤੇ ਜੇ ਇਹਨੇ ਅਜੇ 6 ਮਹੀਨੇ ਹੋਰ ਅੱਗੇ ਚੱਲਣਾ ਸੀ, ਅਗਸਤ ਤੱਕ ਦੀ ਸੀਗੀ, ਤਾਂ ਉਸ ਪੀਰੀਅਡ ਲਈ ਜਿਹੜਾ ਨੁਕਸਾਨ ਹੋਣ ਵਾਲਾ ਸੀ ਉਹਦੀ ਭਰਪਾਈ ਕਿੰਨੇ ਕਰਨੀ ਸੀ? ਕੀ ਜਿਹੜੀ ਮੂਲ ਬੇਸ ਪ੍ਰਾਈਸ ਸੀਗੀ ਇਹਦੀ ਸਟੇਟ ਲਈ ਉਹ ਦਿੱਤੀ ਗਈ ਸੀ?
ਉਹ ਮੈਕਸਿਮਮ ਬੈਨੀਫੀਸ਼ੀਅਰੀਜ਼ ਦੀ ਕੋਈ ਗੱਲ ਹੋਈ ਸੀ ਆਪਸ ਵਿੱਚ? ਕੀ ਜਦੋਂ ਕਿਸੇ ਨਾਲ ਐਗਰੀਮੈਂਟ ਹੁੰਦਾ ਤਾਂ ਉਹਦੇ ਚ ਲਿਖਿਆ ਜਾਂਦਾ ਵੀ ਘੱਟ ਤੋਂ ਘੱਟ ਇੰਨੇ ਬੈਨੀਫੀਸ਼ੀਅਰੀ ਹੋਣਗੇ, ਵੱਧ ਤੋਂ ਵੱਧ ਇੰਨੇ ਹੋ ਜਾਣਗੇ? ਫਿਰ ਇਹ ਵੀ ਦੇਖਣ ਦੀ ਲੋੜ ਆ ਕਿ ਨੀਲੇ ਪੀਲੇ ਕਾਰਡ ਜਿਹੜੇ ਬਣਦੇ ਆ, ਲਾਲ ਕਾਰਡ ਕੋਈ ਹੁੰਦੇ ਹੋਣਗੇ, ਉਹ ਜਿਹੜੇ ਬਣਦੇ ਆ ਉਹ ਕੀ ਸੋਚ ਕੇ, ਕਿਉਂਕਿ ਜਦੋਂ ਕੋਈ ਕਾਰਡ ਆ ਗਿਆ ਉਹ ਕੁਦਰਤੀ ਐਲੀਜੀਬਲ ਹੋ ਗਿਆ, ਪਤਾ ਲੱਗਿਆ ਪੋਲੀਟੀਕਲੀ ਐਸੇ ਕਾਰਡ ਬਹੁਤ ਬਣੇ, ਫਿਰ ਲੋਕ ਕਾਰਡ ਲੈ ਕੇ ਹਸਪੀਟਲਸ ਵੱਲ ਭੱਜੇ, ਉਹਨਾਂ ਨੇ ਆਪਣੇ ਇਲਾਜ ਕਰਾਏ ਜਾਂ ਨਹੀਂ ਕਰਾਏ। ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਬੜੀਆਂ ਧਾਂਦਲੀਆਂ ਹੋਈਆਂ। ਇਹ ਬਹੁਤ ਸਾਰੇ ਤੱਥ ਨੇ, ਮੇਰੇ ਕੋਲ ਬਹੁਤ ਸਾਰੇ ਤੱਥ ਲੋਕਾਂ ਭੇਜੇ ਵੀ ਹੈ। ਸੋ ਸੋਨੀ ਸਾਹਿਬ ਇੰਨਾ ਕਹਿ ਕੇ ਨਿਕਲ ਨਹੀਂ ਸਕਦੇ ਕਿ ਇਹ ਅਫਸਰਾਂ ਨੂੰ ਪੁੱਛੋ, ਇਹਦੇ ਵਿੱਚ ਫਲਾਣੇ KP ਸਿਨਹਾ ਨੇ ਕੀ ਕਿਹਾ, ਉਹਨਾਂ ਨੇ ਨੈਗੋਸੀਏਸ਼ਨ ਕਿਉਂ ਕੀਤੀ, ਇਹ ਸਾਰੇ ਸਵਾਲ ਉਹਨਾਂ ਉਠਾਏ ਆ। ਇਹ ਜਾਂਚ ਦੇ ਘੇਰੇ ਚ ਆਉਣ, KP ਸਿਨਹਾ, ਅਜੈ ਸ਼ਰਮਾ, ਜੋ ਵੀ ਹੈਗੇ ਆ, ਉਹਨਾਂ ਨੂੰ ਵੀ ਇਨਵੈਸਟੀਗੇਟ ਕਰ ਲਓ। ਪਰ ਕੁੱਲ ਮਿਲਾ ਕੇ ਇਹਦੀ ਜਾਂਚ ਤਾਂ ਹੋਵੇ ਕਿ ਕਿਧਰੇ ਕੋਈ ਸਰਕਾਰੀ ਪੈਸੇ ਨਾਲ ਤੇ ਲੋਕਾਂ ਦੀਆਂ ਸਹੂਲਤਾਂ ਨਾਲ, ਜਾਂ ਲੋਕਾਂ ਨੂੰ ਹੋਇਆ ਜਿਹੜੀ ਖੱਜਲ ਖੁਆਰੀ ਆ, ਜਾਂ ਜਿਹੜੇ ਲੋਕਾਂ ਦੇ ਇਲਾਜ ਰੁਕ ਗਏ, ਬੈਨੀਫੀਸ਼ੀਅਰੀ ਹੁਣ ਆਉਣੇ ਵੀ ਘਟ ਗਏ। ਜੇ ਪਹਿਲਾਂ ਇੰਨੀ, ਭਾਸਕਰ ਸਾਹਿਬ ਇਹ ਸਵਾਲ ਆ ਕਿ ਇੰਨੇ ਹਰ ਰੋਜ਼ ਮਾਤਰਾ ਚ ਆ ਰਹੇ ਸੀ ਤੇ ਅੱਜ ਕੱਲ ਕਿੰਨੇ ਦਾਖਲ ਹੋ ਰਹੇ ਆ, ਫਿਰ ਉਹ ਚ ਫਰਜ਼ੀਵਾੜਾ ਕਿੰਨਾ ਆਪੇ ਪਤਾ ਲੱਗ ਜੂ। ਮੰਨ ਲਓ 1 ਮਹੀਨੇ ਦੀ ਤੁਸੀਂ ਰੇਸ਼ੋ ਕੱਢ ਲਓ, ਤੇ ਜਦੋਂ ਤੋਂ ਇਹ ਟਰਮੀਨੇਟ ਕੀਤਾ ਗਿਆ ਉਦੋਂ ਦੀ ਰੇਸ਼ੋ ਕੱਢ ਲਓ ਸਾਰੇ ਸਰਕਾਰੀ ਤੇ ਪ੍ਰਾਈਵੇਟ ਹਸਪੀਟਲਸ ਦੇ ਵਿੱਚ। ਸੋ ਇਹ ਬੜੇ ਅਹਿਮ ਤੱਥ ਆ ਕਿ ਕਿਤੇ ਫਰਜ਼ੀਵਾੜੇ ਹਸਪੀਟਲਸ ਨਾਲ ਮਿਲ ਕੇ ਤਾਂ ਨਹੀਂ ਸੀ ਹੋ ਰਹੇ, ਤੇ ਜਿਹੜੀ ਸਟੇਟ ਏਜੰਸੀ ਸੀਗੀ ਇਹਨੂੰ ਡੀਲ ਕਰਨ ਵਾਲੀ, ਉਹ ਕਿਤੇ ਸੁੱਤੀ ਹੋਈ ਸੀ। ਉਹਨੇ ਜਿੰਨੇ ਇਸ ਕੰਪਨੀ ਨਾਲ ਡੀਲ ਕਰਨਾ ਸੀ, ਉਹਦਾ ਰੋਲ ਕਿਹੋ ਜਿਹਾ? ਜੇ ਕਿਧਰੇ ਪੰਗੇਬਾਜ਼ੀਆਂ ਹੋਈਆਂ ਤੇ ਉਹਨੇ ਉਹਨਾਂ ਦੇ ਵਿੱਚ ਨੈਗੋਸੀਏਸ਼ਨ ਲਈ ਜਾਂ ਉਹਨਾਂ ਦਾ ਨਿਪਟਾਰਾ ਕਰਾਉਣ ਲਈ ਆਪਣਾ ਸਟੇਟ ਹੈਲਥ ਏਜੰਸੀ ਨੇ ਕੀ ਰੋਲ ਪਲੇ ਕੀਤਾ? ਸਾਰੇ ਸਵਾਲ ਆ। ਤੇ ਹੁਣ ਅਗਲੇ ਬੰਨੇ ਜੇ ਇੱਥੇ ਕੋਈ ਟਿੱਪਣੀ ਕਰਨੀ ਤਾਂ ਦਿਓ, ਨਹੀਂ ਤਾਂ ਫਿਰ ਰਾਜਾ ਵੜਿੰਗ ਸਾਹਿਬ ਦੀ ਕੁੰਡਲੀ ਖੋਲੀ ਫਿਰਦੇ ਸੀ ਕੱਲ, ਡਿੰਪੀ ਢਿੱਲੋਂ ਦੇ ਭਰਾ ਅਕਾਲੀ ਲੀਡਰ, ਤੇ ਮਲੂਕਾ ਸਾਹਿਬ ਵੀ ਪਿੱਛੇ ਨਹੀਂ ਰਹੇ। ਅਕਾਲੀ ਦਲ ਨੇ ਹਰ ਜਗ੍ਹਾ ਤੋਂ ਇਹਨੂੰ ਅੱਗੇ ਵਧਾਇਆ, ਤੇ ਕਾਂਗਰਸ ਦੇ ਪ੍ਰਧਾਨ ਲਈ ਸੰਕਟ ਤਾਂ ਹੈਗਾ, ਜਵਾਬ ਉਹਨਾਂ ਵੀ ਦਿੱਤਾ। ਜਾਂਚ ਕਹਿੰਦੇ ਕਰਾਓ, ਜਿੱਥੋਂ ਮਰਜ਼ੀ ਕਰਾਓ, ਤੁਸੀਂ ਕੁਝ ਹੋਰ ਸੱਪ ਕੱਢੀ ਫਿਰਦੇ ਸੀ। ਸਾਰੀਆਂ ਚੀਜ਼ਾਂ ਨੂੰ ਕਰੋ ਹਾਂ ਇਕੱਠਿਆਂ ਜ਼ਰਾ। ਦੇਖੋ, ਅਗਰ ਰਾਜਾ ਵੜਿੰਗ ਉਹਨਾਂ ਦੀ ਗੱਲ ਕਰੀਏ ਤੇ ਉਹਨਾਂ ਤੋਂ ਪਿਛਲੇ 2 ਦਿਨਾਂ ਤੋਂ ਲਗਾਤਾਰ ਇੱਕ ਇਲਜ਼ਾਮ ਲੱਗ ਰਹੇ ਹੈ ਕਿ ਵੀ ਉਹਨਾਂ ਨੇ 840 ਬੋਡੀਜ਼ ਜਿਹੜੀ ਬੱਸਾਂ ਦੀ ਬਣਵਾਈ ਸੀਗੀ, ਉਹ ਰਾਜਸਥਾਨ ਦੀ ਕੰਪਨੀ ਨੂੰ ਆਰਡਰ ਦਿੱਤਾ ਸੀਗਾ, ਉਹ ਵੀ ਉਸ ਤਰਜ਼ ਤੇ, ਜਦ ਉਸ ਤੋਂ ਸਸਤੇ ਰੇਟ ਦੀ ਕੋਟੇਸ਼ਨ ਪੰਜਾਬ ਦੇ ਵਿੱਚ 2-3 ਕੰਪਨੀਆਂ ਦੀ ਆਲਰੇਡੀ ਆਈ ਹੋਈ ਸੀ। ਔਰ ਸਰਕਾਰ ਦੇ ਐਕਸਚੈਕਰ ਨੂੰ ਉੱਥੋਂ ਬੋਡੀ ਬਣਾਉਣ ਕਰਕੇ ਤਕਰੀਬਨ 30 ਕਰੋੜ ਦਾ ਨੁਕਸਾਨ ਹੋਇਆ। ਇਹ ਕਹਿਣਾ ਹੈ ਡਿੰਪੀ ਢਿੱਲੋਂ, ਜਿਹੜਾ ਸਨੀ ਢਿੱਲੋਂ ਉਹਨਾਂ ਦਾ, ਜਿਹੜੇ ਡਿੰਪੀ ਢਿੱਲੋਂ ਉਹਨਾਂ ਦੇ ਭਰਾ ਨੇ, ਉਹ ਬਕਾਇਦਾ RTI ਦੇ ਕਾਗਜ਼ ਦਿਖਾਉਂਦੇ ਨੇ ਕਿ ਦੇਖੋ ਇਹਨਾਂ ਕੰਪਨੀਆਂ ਦੇ ਵੀ ਸੇਮ ਸਪੈਸੀਫਿਕੇਸ਼ਨ ਵਾਸਤੇ ਕੋਟੇਸ਼ਨ ਸੀਗੀ, ਇਹ ਸੀਗੀ 8,40,000 ਦੀ, ਔਰ ਜੈਪੁਰ ਦੀ ਕੰਪਨੀ ਦੀ ਸੀਗੀ 12 ਲੱਖ ਦੀ। ਔਰ ਨਾਰਮਲੀ ਜਿਹੜੇ ਪ੍ਰਾਈਵੇਟ ਬੱਸਾਂ ਦੇ ਟਰਾਂਸਪੋਰਟਰ ਹੈਗੇ ਨੇ, ਉਹ ਵੀ ਇਸ ਗੱਲ ਨੂੰ ਉਜਾਗਰ ਕਰਦੇ ਨੇ ਕਿ ਅਸੀਂ ਕਿਸੇ ਵੀ ਜਗ੍ਹਾ ਤੋਂ ਬੋਡੀ ਬਣਾਉਂਦੇ ਆ ਤੇ ਉਹਦੇ ਵਿੱਚ ਸਾਨੂੰ ਡਿਸਕਾਊਂਟ ਦਿੱਤਾ ਜਾਂਦਾ। ਹੁਣ ਉਹ ਡਿਸਕਾਊਂਟ ਕਿੱਥੇ ਗਿਆ? ਔਰ ਸਭ ਤੋਂ ਪਹਿਲੀ ਗੱਲ, ਤੁਹਾਨੂੰ ਯਾਦ ਹੋਏਗਾ ਪੰਜਾਬ ਦੇ ਵਿੱਚ ਜਿੰਨੀ ਵੀ ਬੱਸਾਂ ਦੂਜੇ ਸੂਬਿਆਂ ਦੇ ਵਿੱਚ ਜਾਂਦੀ ਸੀ, ਉਹਦੀ ਛੱਤ ਤੇ ਬਕਾਇਦਾ ਸਮਾਨ ਰੱਖਣ ਵਾਸਤੇ ਜਗ੍ਹਾ ਹੁੰਦੀ ਸੀਗੀ। ਹੁਣ ਬਗੈਰ ਤਾਜ ਦੀ ਬੱਸਾਂ ਸੜਕਾਂ ਤੇ ਦੌੜਦੀ ਹੈ। ਜੇ ਕਿਸੇ ਵਿਅਕਤੀ ਨੇ ਦਿੱਲੀ ਜਾਣਾ ਹੋਏ ਤੇ ਉਸ ਬੱਸ ਦੇ ਉੱਤੇ ਛੱਤ 'ਚ ਸਮਾਨ ਰੱਖਣ ਦੀ ਜਗ੍ਹਾ ਨਾ ਹੋਏ, ਕੋਈ ਬੱਸ ਦੀ ਡਿੱਕੀ ਨਾ ਹੋਏ, ਤੇ ਸਮਾਨ ਉਹ ਸੀਟ ਤੇ ਬਹਿ ਕੇ ਸੜ ਤੇ ਰੱਖੇਗਾ? ਐਦਾਂ ਦੇ ਸਵਾਲ, ਕਿਉਂਕਿ ਉਹ ਅਗਰ ਤੁਸੀਂ ਛੱਤ ਨਾ ਬਣਵਾਓ ਤੇ ਉਹਦੇ ਵਿੱਚ 1 ਲੱਖ ਰੁਪਏ ਦੀ ਬਚਤ ਹੁੰਦੀ ਹੈ ਘੱਟ ਤੋਂ ਘੱਟ, ਜਿਹੜਾ ਵੀ ਬੱਸਾਂ ਬਣਾਉਣ ਦਾ ਆਰਡਰ ਦਿੰਦਾ ਹੈ। ਹੁਣ ਰਾਜਾ ਵੜਿੰਗ ਉਹਨਾਂ ਨੇ ਵੀ ਖੈਰ ਇਸ ਗੱਲ ਦੇ ਉੱਤੇ ਆਪਣੀ ਜ਼ਬਾਨ ਜ਼ਰੂਰ ਖੋਲੀ। ਉਹ ਕਹਿੰਦੇ ਨੇ ਵੀ ਮੇਰੇ ਕੋਲ ਉਸ ਕੰਪਨੀ ਨੂੰ ਆਰਡਰ ਦੇਣ ਵਾਸਤੇ ਜਿਹੜੀ ਅਧਿਕਾਰੀਆਂ ਦੀ ਕਮੇਟੀ ਬਣੀ ਸੀ, ਉਹਨਾਂ ਨੇ ਅਪਰੂਵ ਕੀਤਾ ਸੀਗਾ, ਮੇਰੇ ਕੋਲ ਤੇ ਅਪਰੂਵਡ ਹੋ ਕੇ ਆਇਆ ਤੇ ਮੈਂ ਸਾਈਨ ਕਰਤੇ। ਉਹਨਾਂ ਅਧਿਕਾਰੀਆਂ ਨੂੰ ਪੁੱਛੋ ਕਿ ਵੀ ਆਹ ਤੁਸੀਂ ਕਿਉਂ ਕੀਤਾ। ਇਹ ਗੱਲ ਸੋਨੀ ਸਾਹਿਬ ਦੀ ਗੱਲ ਨਾਲ ਬਿਲਕੁਲ ਮਿਲਦੀ ਹੈ। ਸੋਨੀ ਸਾਹਿਬ ਵੀ ਜਦ ਸੈਨੀਟਾਈਜ਼ਰ ਦੇ ਆਰਡਰ ਦੇਣ ਦੀ ਗੱਲ ਕਹਿੰਦੇ ਨੇ, ਤੇ ਉਹ ਕਹਿੰਦੇ ਨੇ ਕਿ ਮੇਰੇ ਕੋਲ ਤੇ ਇੱਕ ਪੂਰੀ ਕਮੇਟੀ ਬਣੀ ਹੋਈ ਸੀਗੀ, ਉਸ ਕਮੇਟੀ ਨੇ ਜੋ ਮੈਨੂੰ ਸਪੈਸੀਫਿਕੇਸ਼ਨ ਦਿੱਤੇ, ਜੋ ਰੇਟ ਦਿੱਤੇ, ਉਸ ਰੇਟ ਤੇ ਮੈਂ ਤੇ ਸਿਰਫ ਸਾਈਨ ਕਰਤੇ। ਪਰ ਰੰਧਾਵਾ ਜੀ, ਮੰਤਰੀ ਆਪਣੀ ਰਿਸਪੌਂਸਿਬਿਲਿਟੀ ਇਸ ਤੋਂ ਐਦਾਂ ਬਚ ਨਹੀਂ ਸਕਦਾ। ਹਾਂ, ਉਹਨਾਂ ਦੀ ਗੱਲ ਇਹ ਸਹੀ ਹੋ ਸਕਦੀ ਹੈ ਕਿ ਜਿਹੜੀ ਕਮੇਟੀ ਬਣੀ ਸੀ, ਉਹਨਾਂ ਨੇ ਕਿਸ ਆਧਾਰ ਦੇ ਉੱਤੇ ਉਹ ਮਹਿੰਗੀ ਬੱਸਾਂ, ਉਹ ਮਹਿੰਗੇ ਸੈਨੀਟਾਈਜ਼ਰ ਦਾ ਆਰਡਰ ਔਰ ਅਪਰੂਵ ਜਾਂ ਜਿਹੜਾ ਅਪਰੂਵਲ ਉਹਦਾ ਰਿਕਮੈਂਡ ਕੀਤਾ। ਇਹ ਸਵਾਲਾਂ ਦੇ ਘੇਰੇ ਦੇ ਵਿੱਚ ਤੇ ਹੈਗਾ। ਪਰ ਫਿਰ ਵੀ ਜਦ ਗੱਲ ਤੁਰਦੀ ਹੈ ਤੇ ਮੰਤਰੀ ਸਭ ਤੋਂ ਪਹਿਲੇ ਕਟਹਿਰੇ ਦੇ ਵਿੱਚ ਖੜਾ ਹੁੰਦਾ ਹੈ। ਇਹ ਗੱਲ ਵੀ ਰਾਜਾ ਵੜਿੰਗ ਉਹਨਾਂ ਨੂੰ ਵੀ ਜਾਂ ਸੋਨੀ ਸਾਹਿਬ ਨੂੰ ਵੀ ਨਹੀਂ ਭੁੱਲਣੀ ਚਾਹੀਦੀ। ਅੱਛਾ, ਇਹਦੇ ਚ ਹੁਣ ਜੇ ਨਾਲ ਹੀ ਤੁਰ ਪਈਏ, ਕੱਲ ਵਿਧਾਨ ਸਭਾ ਦੇ ਵਿੱਚ ਕਾਫੀ ਚੋਲ ਮੋਲ ਹੋਏ। ਬਾਜਵਾ ਸਾਹਿਬ ਹੱਥ ਉੱਥ ਜੋੜਦੇ ਵੀ ਰਹੇ, ਘਾਗ ਨੇ ਪੁਰਾਣੇ
ਕਦੇ ਤਾਂ ਚੜ ਜਾਂਦੇ ਸੀ, ਕਦੇ ਠਾਹ ਹੋ ਜਾਂਦੇ ਸੀ, ਕਦੇ ਨਿਉ ਕੇ ਲੰਘ ਗਏ, ਕਦੇ ਸੀਨਾ ਚੌੜਾ ਕਰ ਲਿਆ। ਉਹ ਕਹਿੰਦੇ ਇੱਥੇ 25-25 ਸਾਲਾਂ ਦੇ ਰਾਜ ਕਰਨ ਵਾਲੇ ਨਹੀਂ ਰਹੇ, ਤੁਸੀਂ ਵੀ ਨਹੀਂ ਰਹਿਣਾ। ਆ ਦੇਖ ਹੀ ਲਓ, ਉਦੋਂ 12 ਵਜੇ ਤੱਕ ਜਦੋਂ ਕਹਿੰਦੇ ਇਲੈਕਸ਼ਨ ਸੀਗੀ, ਤੁਹਾਨੂੰ ਲੱਗੀ ਜਾਂਦਾ ਸੀ ਬੜੀ ਫੰਨੇ ਖਾਂ। ਸ਼ਾਮ ਪੈਂਦੇ ਪੈਂਦੇ ਜਿਹੜੀ ਤੁਹਾਡੀ 70-80% ਵੋਟ ਤੁਹਾਡੀ ਪੋਲ ਹੋਈ ਸੀ 92 ਸੀਟਾਂ ਵੇਲੇ, ਉਹ ਘਟ ਕੇ ਕਿੱਥੇ ਰਹਿ ਗਈ 45-46 ਤੇ ਅਟਕ ਗਈ। ਬਹੁਤਾ ਮਾਣ ਨਾ ਕਰੋ, ਕਦੇ ਅਸੀਂ ਵੀ ਇਹਨਾਂ ਕੁਰਸੀਆਂ ਤੇ ਹੁੰਦੇ ਸੀ। ਅੱਛਾ, ਉਹ ਇਹ ਵੀ ਨਾਲ ਕਹਿੰਦੇ ਆ ਵੀ ਅਸੀਂ ਤੁਹਾਡੇ ਸਕੇ ਆ, ਸੈਕੂਲਰ ਆ। ਮਤਲਬ ਇਹ ਵੀ ਇੱਕ ਸਮਾਨਤਾ ਦੱਸਦੀ, ਜਿੱਦਾਂ ਕਹਿੰਦੇ ਹੁੰਦੇ ਨਾ ਵੀ ਆਪਣਾ ਪਿੰਡ ਇੱਕੋ ਆ, ਨਾਲੇ ਕਹਿੰਦੇ ਹੁੰਦੇ ਸਾਡਾ ਸੁਭਾਅ ਇੱਕੋ ਜਿਹਾ, ਕਹਿੰਦੇ ਅਸੀਂ ਵੀ ਸੈਕੂਲਰ ਹੈ, ਅਸੀਂ ਵੀ ਨੈਸ਼ਨਲਿਸਟ ਹੈਗੇ ਆ, ਸੋ ਇਸ ਕਰਕੇ ਅਸੀਂ ਤੇ ਤੁਹਾਡੇ ਸਕੇ ਆ। ਪਰ ਉਹਨਾਂ ਉੱਪਰਲਿਆਂ ਦਾ ਧਿਆਨ ਰੱਖੋ, ਜਿੰਨਾ ਮਹਾਰਾਸ਼ਟਰ ਦੇ ਵਿੱਚ ਉੱਪਰਲੀ ਥੱਲੇ ਕੀਤੀ ਪਈ ਆ, ਇਹ ਨਾ ਹੋਵੇ ਪਤਾ ਲੱਗੇ ਕਦੇ ਪਿਛਾਂ ਨੂੰ ਝਾਤੀ ਮਾਰੋ ਤੇ ਪਿੱਛੇ ਬੈਠੇ ਨਜ਼ਰ ਹੀ ਨਾ ਆਉਣ। ਉਹਨਾਂ ਭਗਵੰਤ ਮਾਨ ਤੇ ਤਗੜਾ ਤੰਜ ਕੀਤਾ ਵੀ ਇਹ ਨਾ ਹੋਵੇ ਭਗਵੰਤ ਮਾਨ ਜੀ ਜਿਹੜੇ ਮਗਰ ਬੈਠੇ ਤੁਹਾਡੇ ਲਈ ਰੌਲਾ ਪਾਉਂਦੇ ਆ, ਇਹ ਬੈਠੇ ਨਾ ਦਿਸਣ। ਇਹ ਸਾਰੇ ਰੌਲੇ ਪੈਂਦੇ ਰਹੇ। ਕੱਲ ਵੈਸੇ ਜਿਹੜਾ ਅਮਨ ਅਰੋੜਾ ਦਾ ਰੋਲ ਸੀ, ਉਹ ਵੀ ਇੰਜ ਲੱਗਦਾ ਸੀ ਜਿਵੇਂ ਉਹ ਜ਼ਿੰਮੇਵਾਰੀ ਓਨ ਕਰ ਰਹੇ ਹੁਣ, ਜਾਂ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੋਵੇ। ਵੱਡੀ ਭੂਮਿਕਾ ਲਈ ਉਹਨਾਂ ਨੂੰ ਦੇਖਿਆ ਜਾ ਰਿਹਾ। ਹਾਲਾਂਕਿ ਅਤੀਤ ਵਿੱਚ ਉਹਨਾਂ ਦੇ ਕਾਂਗਰਸੀਆਂ ਨਾਲ ਰਿਸ਼ਤੇ ਤੇ ਬਾਕੀ ਸਾਰੇ ਉਹਨਾਂ ਨੂੰ ਮੰਤਰੀ ਦੀ ਕੁਰਸੀ ਦਿਵਾਉਣ ਦੇ ਵਿੱਚ ਰੋੜਾ ਬਣ ਗਏ ਸੀ, ਤੇ ਮੈਨੂੰ ਲੱਗਦਾ ਐਤਕਾਂ ਕਾਂਗਰਸੀਆਂ ਨੂੰ ਲੰਬੇ ਹੱਥੀਂ ਲੈਣ ਲਈ ਉਹਨਾਂ ਨੂੰ ਕੁਰਸੀ ਮਿਲ ਜਾਣੀ। ਮੈਨੂੰ ਲੱਗਦਾ ਆਮ ਆਦਮੀ ਪਾਰਟੀ ਭਗਵੰਤ ਮਾਨ ਤੇ ਸਮਾਨਾਂਤਰ ਇੱਕ ਹੋਰ ਲੀਡਰ ਤਿਆਰ ਕਰਨ ਦੀ ਠਾਣ ਕੇ ਬੈਠੀ ਹੋਈ ਆ। ਇਹਨਾਂ ਸਾਰੇ ਮਾਮਲਿਆਂ ਤੇ ਇੱਕ ਟਿੱਪਣੀ ਦਿਓ। ਉਂਝ ਘੜੀ ਮੁੜੀ ਸਿੱਧਵਾਂ ਸਾਹਿਬ, ਮਾਨਯੋਗ ਸਪੀਕਰ ਸਾਹਿਬ, ਸਭ ਨੂੰ ਦੱਸਦੇ ਰਹੇ ਵੀ ਗੱਲ ਮੇਰੇ ਨਾ ਕਰੋ ਭਾਈ, ਮੈਂ ਹੂੰ ਨਾ। ਸੋ ਮਾਨਤਾਨ ਹੁੰਦੇ ਜੀ ਕੁਰਸੀਆਂ ਦੇ, ਜਰਾ ਗੱਲ ਤੋਰੋ। ਦੇਖੋ, ਕੱਲ ਜਿਸ ਤਰੀਕੇ ਨਾਲ ਵਿਧਾਨ ਸਭਾ ਦਾ ਸੈਸ਼ਨ ਚੱਲਿਆ, ਉਹਦੇ ਵਿੱਚ ਬਹੁਤ ਸਾਰੀ ਗੱਲਾਂ ਤੁਸੀਂ ਕਰਕੇ ਵੀ ਹਟੇ ਹੋ। ਉਹਦੇ ਵਿੱਚ ਜਿਹੜੀ ਛੋਟੀ ਛੋਟੀ ਗੱਲਾਂ ਸੀਗੀ, ਜਿਹਦੇ ਵਿੱਚ ਬਾਜਵਾ ਸਾਹਿਬ ਜਦ ਇਹ ਗੱਲ ਕਹਿੰਦੇ ਨੇ ਕਿ ਮੁੱਖ ਮੰਤਰੀ ਸਾਹਿਬ ਤੁਹਾਨੂੰ ਵਧਾਈਆਂ, ਪੰਜਾਬ ਨੰਬਰ 1 ਆਇਆ ਹੈ ਐਜੂਕੇਸ਼ਨ ਦੇ ਵਿੱਚ, ਤੇ ਮਾਨ ਸਾਹਿਬ ਕਿੱਥੇ ਬੈਠ ਸਕਦੇ ਸੀ? ਉਹ ਕਹਿੰਦੇ ਨਹੀਂ ਜੀ, ਪੰਜਾਬ ਜਾਲੀ ਨੰਬਰ 1 ਹੈ। ਉਹਨਾਂ ਨੇ ਕਿਹਾ ਕਿ ਸਕੂਲਾਂ ਦੀ ਦੀਵਾਰਾਂ ਪੇਂਟ ਕਰਕੇ, ਗੇਟ ਪੇਂਟ ਕਰਕੇ ਤੁਸੀਂ ਐਜੂਕੇਸ਼ਨ ਸਿਸਟਮ ਨੂੰ ਠੀਕ ਨਹੀਂ ਕਰਾ ਸਕਦੇ। ਅਸੀਂ ਤੁਹਾਨੂੰ ਬੜੀ ਛੇਤੀ ਦੱਸਾਂਗੇ ਕਿ ਸਹੀ ਐਜੂਕੇਸ਼ਨ ਸਿਸਟਮ ਜਾਂ ਪੰਜਾਬ ਕਿਹੜੇ ਨੰਬਰ ਤੇ ਖੜਾ ਹੈ। ਪੰਜਾਬ ਨੂੰ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਨੰਬਰ 1 ਬਣਾ ਕੇ ਦਿਖਾਵਾਂਗੇ। ਔਰ ਇੱਕ ਜਿਹੜੀ ਟਿੱਪਣੀਆਂ ਮਸ਼ਹੂਰ ਹੋਈ, ਇੱਕ MLA ਸੀਗੇ ਆਮ ਆਦਮੀ ਪਾਰਟੀ ਦੇ, ਉਹ ਵਿਧਾਨ ਸਭਾ ਤੋਂ ਬਾਹਰ ਜਾਣ ਲੱਗੇ, ਤੇ ਇੱਕ ਟਿੱਪਣੀ ਇਸ ਗੱਲ ਤੇ ਵੀ ਹੋਈ ਕਿ ਸਪੀਕਰ ਦੇ ਸਾਹਮਣੇ ਪਿੱਠ ਕਰਕੇ ਤੁਸੀਂ ਵਿਧਾਨ ਸਭਾ ਤੋਂ ਨਹੀਂ ਨਿਕਲ ਸਕਦੇ। ਤੁਸੀਂ ਜਦ ਵੀ ਜਾਣਾ ਹੈ ਤੇ ਇੱਕ ਸਾਈਡ ਤੋਂ ਹੋ ਕੇ ਬਿਲਕੁਲ ਅਲੱਗ ਤੋਂ ਜਾਣਾ, ਤਾਂ ਕਿ ਇਹ ਇੱਕ ਸਪੀਕਰ ਦੀ ਇੱਕ ਤਰੀਕੇ ਨਾਲ ਉਹਨਾਂ ਦੇ ਸਨਮਾਨ ਦੇ ਵਿੱਚ ਕਮੀ ਮੰਨੀ ਜਾਂਦੀ ਹੈ। ਔਰ ਜਦ ਵਿਧਾਨ ਸਭਾ ਦੇ ਵਿੱਚ ਉਹ ਜਿਹੜੇ ਮਾਰਸ਼ਲ ਹੈ ਐਂਟਰ ਹੁੰਦੇ ਨੇ, ਤਦ ਕਾਂਗਰਸ ਦੇ ਬੈਂਚਸ ਦੀ ਤਰਫੋਂ ਟਿੱਪਣੀ ਆਉਂਦੀ ਹੈ ਵੀ ਹਜੇ ਤੇ ਕੋਈ ਰੋਲਾ ਰੱਪਾ ਪਿਆ ਨਹੀਂ, ਤੁਸੀਂ ਅਗਨੀਵੀਰ ਪਹਿਲੇ ਬੁਲਾ ਲਏ। ਔਰ ਉਸ ਤੋਂ ਇਲਾਵਾ ਜਦ ਸੁਖਪਾਲ ਸਿੰਘ ਖਹਿਰਾ ਕੁਲਦੀਪ ਧਾਲੀਵਾਲ ਦੇ ਉੱਤੇ ਸਿੱਧਾ ਅਟੈਕ ਕਰਦੇ ਹੋਏ ਕਹਿੰਦੇ ਨੇ ਵੀ ਮਾਤੜ ਕਿਸਾਨਾਂ ਦੀ ਤੇ ਤੁਸੀਂ ਜ਼ਮੀਨਾਂ ਛੁਡਾਈ ਜਾਂਦੇ ਹੋ, ਜਿਹੜੇ ਧਨਾੜ ਨੇ ਉਹਨਾਂ ਦੇ ਬਾਰੇ 'ਚ ਕੀ ਕਹਿੰਦੇ ਨੇ? ਤੇ ਫਿਰ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਵੀ ਆਪਣੇ ਅੰਦਾਜ਼ ਦੇ ਵਿੱਚ ਜਵਾਬ ਦਿੰਦੇ ਨੇ, ਤੁਹਾਡੇ ਆਨੇ ਆ 2-4 ਦਿਨ ਦੋ, ਉਹ ਜਿਹੜੇ ਧਨਾੜ ਨੇ ਉਹ ਕੁਝ ਤੁਹਾਡੇ ਨਾਲ ਵੀ ਬੈਠੇ ਹੋਏ ਨੇ, ਤੇ 2-4 ਦਿਨਾਂ ਦੇ ਵਿੱਚ ਇਹਨਾਂ ਦਾ ਵੀ ਨੰਬਰ ਆ ਰਿਹਾ। ਯਾਨੀ ਇਹ ਸਾਰੀ ਟਿੱਪਣੀਆਂ ਦੇ ਵਿੱਚ ਵਿਧਾਨ ਸਭਾ ਸੈਸ਼ਨ ਤਕਰੀਬਨ ਅਗਰ ਓਵਰਆਲ ਕਹੀਏ ਤੇ ਬੜਾ ਇੰਟਰਸਟਿੰਗ ਜਿਹਾ ਰਿਹਾ। ਪਰ ਹਾਂ, ਅੱਛਾ, ਪਰ ਤੁਸੀਂ ਇੱਕ ਗੱਲ ਭੁੱਲ ਗਏ। ਜਦੋਂ ਖਹਿਰਾ ਅਮਨ ਅਰੋੜਾ ਤੇ ਬਹੁਤਾ ਸਿੱਧੇ ਹੋਏ ਤੇ ਅਮਨ ਅਰੋੜਾ ਕਹਿੰਦੇ ਵੀ ਤੁਹਾਡਾ ਦੁੱਖ ਸਾਨੂੰ ਪਤਾ, ਤੁਸੀਂ ਉਹਨਾਂ ਬੈਂਚਾਂ ਵੱਲ ਹੀ ਰਹਿ ਗਏ, ਅਸੀਂ ਇੱਧਰ ਆ ਗਏ। ਤੇ ਬਾਅਦ ਚ ਭਾਵੇਂ ਖਹਿਰਾ ਸਾਹਿਬ ਨੇ ਬਾਹਰ ਆ ਕੇ ਜੋ ਮਰਜ਼ੀ ਕਿਹਾ ਹੋਵੇ, ਪਰ ਉੱਥੇ ਇੱਕ ਵਾਰੀ ਦਰਦ ਤਾਂ ਉਹ ਸਾਹਮਣੇ ਜਾ ਗਈ ਪਿਆ ਵੀ ਪਿਛਲੀ ਵਾਰੀ ਵੀ ਵਿਰੋਧੀ ਧਿਰ ਚ ਬਹਿ ਗਏ ਬਤੌਰ ਆਮ ਆਦਮੀ, ਤੇ ਐਤਕੀ ਬਤੌਰ ਕਾਂਗਰਸੀ। ਚਲੋ ਇੰਨਾ ਸ਼ੁਕਰ ਹੈ ਕਿ ਜਿੱਤ ਕੇ ਦੋਵੇਂ ਵਾਰੀ ਗਏ ਸੀ ਜੀ। ਬਿਲਕੁਲ ਸਹੀ ਗੱਲ। ਜੋ ਕੱਲ ਮੈਂ ਜਿਸ ਤਰ੍ਹਾਂ ਆਪਾਂ ਕਹਿ ਵੀ ਰਹੇ ਹਾਂ ਕਿ ਵਿਧਾਨ ਸਭਾ ਦਾ ਸੈਸ਼ਨ ਆਪਣੇ ਆਪ ਵਿੱਚ ਬੜਾ ਇੰਟਰਸਟਿੰਗ ਜਿਹਾ ਸੀਗਾ। ਔਰ ਅੱਜ ਜਦ ਭਗਵੰਤ ਮਾਨ ਉਹਨਾਂ ਗਵਰਨਰ ਐਡਰੈਸ ਦੇ ਉੱਤੇ ਆਪਣੀ ਸਟੇਟਮੈਂਟ ਜਾਂ ਆਪਣਾ ਭਾਸ਼ਣ ਦੇਣਗੇ, ਉਹ ਕਹਿੰਦੇ ਨੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇ ਉੱਤੇ ਜਿਹੜੇ ਵਿਰੋਧੀ ਦਲ ਨੇ ਸਵਾਲ ਉਠਾਏ ਨੇ, ਉਹਦੇ ਉੱਤੇ ਅੱਜ ਉਹ ਨਿੱਠ ਕੇ ਬੋਲਣ ਵਾਲੇ ਨੇ। ਹੁਣ ਤੋਂ ਕੁਝ ਦੇਰ ਬਾਅਦ ਸ਼ਾਇਦ ਭਗਵੰਤ ਮਾਨ ਉਹ ਸਪੀਚ ਦਿੰਦੇ ਹੋਣਗੇ, ਪਰ ਜੋ ਵਿਧਾਨ ਸਭਾ ਦੀ ਕਾਰਵਾਈ ਨੂੰ ਚਲਾ ਰਹੇ ਨੇ, ਤੁਸੀਂ ਅਮਨ ਅਰੋੜਾ ਦਾ ਜ਼ਿਕਰ ਕੀਤਾ, ਕੱਲ ਮਾਨ ਸਾਹਿਬ ਨੇ ਵਿਰੋਧੀ ਦਲ ਦੇ ਕੀਤੇ ਹੋਏ ਸਵਾਲਾਂ ਦਾ ਜਵਾਬ ਘੱਟ ਦਿੱਤਾ ਤੇ ਅਮਨ ਅਰੋੜਾ ਉਹਨਾਂ ਨੇ ਜ਼ਿਆਦਾ ਦਿੱਤਾ। ਹਾਂ, ਇਸ ਗੱਲ ਦਾ ਅੰਦਾਜ਼ਾ ਵੀ ਲੱਗ ਸਕਦਾ ਹੈ ਕਿ ਆਉਣ ਵਾਲੇ ਟਾਈਮ ਵਿੱਚ ਅਮਨ ਅਰੋੜਾ ਇੱਕ ਵੱਡੀ ਭੂਮਿਕਾ ਦੇ ਵਿੱਚ ਦੇਖੇ ਜਾ ਸਕਦੇ ਨੇ, ਕਿਉਂਕਿ 7 ਕੁ ਸੀਟਾਂ ਤੇ ਹਜੇ ਮੰਤਰੀਆਂ ਦੀ ਖਾਲੀ ਹੈਗੀ ਹੈ। ਉਹਨਾਂ ਮੰਤਰੀਆਂ ਦੇ ਵਿੱਚ, ਜਿੱਦਾਂ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਕਈ ਵਾਰ ਕਿਹਾ ਕਿ ਜੁਲਾਈ ਦੇ ਮਹੀਨੇ ਦੇ ਵਿੱਚ ਕੈਬਨਿਟ ਐਕਸਪੈਂਸ਼ਨ ਪੰਜਾਬ ਦੇ ਵਿੱਚ ਹੋਣ ਦੀ ਉਮੀਦ ਹੈ।
ਕਿਹਦਾ ਨੰਬਰ ਲੱਗਦਾ ਹੈ, ਇੱਕ ਦੋ ਮੰਤਰੀਆਂ ਦੇ ਨੰਬਰ ਕੱਟਣ ਦੀ ਵੀ ਗੱਲ ਚੱਲਦੀ ਪਈ ਹੈ। ਤੇ ਇਹ ਤੇ ਖੈਰ ਹੁਣ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਇਹਦੇ ਉੱਤੇ ਜਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਨੇ ਦਿੱਲੀ ਵਾਲੇ ਜਦ ਬੈਠਣਗੇ ਤੇ ਕੁਝ ਨਾਂ ਕੱਢਣਗੇ, ਉਸ ਤੋਂ ਬਾਅਦ ਇਹਦਾ ਕੋਈ ਫੈਸਲਾ ਹੋਏਗਾ। ਆ ਜਿਨ੍ਹਾਂ ਠੇਕੇਦਾਰਾਂ ਨੂੰ ਤੁਸੀਂ ਮਿਹਣੇ ਜੇ ਮਾਰਦੇ ਸੀ ਗਰੀਬ ਠੇਕੇਦਾਰ ਕਹਿ ਕੇ, ਉਹਨਾਂ ਇੱਕ ਚੋਟੀ ਦਾ ਵਕੀਲ ਕਰ ਲਿਆ, ਆਪਣਾ ਸਾਬਕਾ ਏਜੀ ਪੰਜਾਬ ਦਾ, ਸਰਕਾਰ ਦੇ ਹੱਕ 'ਚ ਨਿੱਠ ਕੇ ਖਲੋਣ ਵਾਲਾ ਪਟਵਾਲੀਆ ਸਾਹਿਬ ਐਤਕੀ ਦੂਜੇ ਖੇਮੇ 'ਚ ਆ ਸਰਕਾਰ ਦੇ ਖਿਲਾਫ, ਮਤਲਬ ਠੇਕੇਦਾਰ ਵਰਸਸ ਸਟੇਟ। ਹੁਣ ਉਹ ਕਹਿੰਦੇ ਵੀ ਇਹ ਪਾਲਿਸੀ ਜਿਹੜੀ ਆ ਇਹ ਤਾਂ ਗਲਤ ਮਲਤ ਬਣ ਗਈ। ਹਾਈ ਕੋਰਟ ਨੇ ਕਿਹਾ ਚਲੋ 28 ਤਰੀਕ ਨੂੰ ਤੁਹਾਨੂੰ ਸੁਣਦੇ ਆ ਦੁਬਾਰਾ। ਕੱਲ ਵੀ ਸੁਣਵਾਈ ਹੋਈ। ਸਰਕਾਰ ਨੂੰ ਕਿਤੇ ਪਿਛਲ ਪੈਰੀ ਤਾਂ ਨਹੀਂ ਮੁੜਨਾ ਪੈ ਜੂ ਇੱਥੇ ਵੀ? ਨਹੀਂ ਜੀ, ਦੇਖੋ ਜੋ ਗੱਲ ਚੱਲ ਰਹੀ ਹੈ ਔਰ ਖਾਸ ਕਰਕੇ ਠੇਕੇਦਾਰਾਂ ਵਾਲੀ, ਉਹਨਾਂ ਨੇ ਉਹੀ ਗੱਲ ਕੀਤੀ ਹੈ ਜਿਹੜੀ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਕਰਦੇ ਰਹੇ ਨੇ ਕਿ ਵੀ ਸ਼ਰਾਬ ਦੇ ਕਾਰੋਬਾਰ ਨੂੰ ਮੋਨੋਪੋਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਇਹਨਾਂ ਗਰੁੱਪਾਂ ਨੂੰ, ਜਿਹੜੇ 5 ਗਰੁੱਪਾਂ ਨੂੰ L1 L2 ਜਿਹੜੇ L1 ਖਾਸ ਕਰਕੇ ਉਹਦਾ ਉਹਨਾਂ ਨੇ ਜ਼ਿਕਰ ਕੀਤਾ। ਔਰ ਉਹਨਾਂ ਦੇ ਵਕੀਲ ਨੇ DS ਪਟਵਾਲੀਆ ਸਾਹਿਬ, ਜਿਹੜੇ ਪੰਜਾਬ ਦੇ ਫਾਰਮਰ ਐਡਵੋਕੇਟ ਜਨਰਲ ਵੀ ਨੇ। ਹਾਲਾਂਕਿ ਹਜੇ ਗੱਲਬਾਤ ਸ਼ੁਰੂ ਹੋਈ ਹੈ, 28 ਤਰੀਕ ਨੂੰ ਇਸ ਮੁੱਦੇ ਤੇ ਦੁਬਾਰਾ ਸੁਣਵਾਈ ਹੋਣੀ ਹੈ। ਐਕਸਾਈਜ਼ ਪਾਲਿਸੀ ਦੇ ਉੱਤੇ ਕਿੰਨਾ ਕੁ ਖਤਰਾ ਹੈ, ਕਿਉਂਕਿ ਰਿਸਪੌਂਸ ਵੀ ਠੇਕੇਦਾਰਾਂ ਤੋਂ ਅਗਰ ਬਿਡ ਦੀ ਗੱਲ ਕਰੀਏ ਤੇ ਤੁਸੀਂ ਆਪ ਹੀ ਦੇਖਿਆ ਹੋਏਗਾ ਕਿ ਬੜਾ ਘੱਟ ਮਿਲਿਆ ਹੈ। ਪਰ ਐਕਸਾਈਜ਼ ਪਾਲਿਸੀ ਦੇ ਉੱਤੇ ਹਾਈ ਕੋਰਟ ਦਾ ਕੀ ਰੁਖ ਹੁੰਦਾ ਹੈ, ਇਹ ਤੇ 28 ਦੀ ਹੀਅਰਿੰਗ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਫਿਲਹਾਲ ਠੇਕੇਦਾਰਾਂ ਦਾ ਜਿਹੜਾ ਪ੍ਰੈਸ ਕਾਨਫਰੰਸ ਕਰਕੇ ਆਪਣੀ ਗੱਲ ਕਰਕੇ ਅੱਜ ਉਹ ਕੋਰਟ ਦਾ ਦਰਵਾਜ਼ਾ ਵੀ ਇਸ ਮੁੱਦੇ ਤੇ ਖੜਕਾ ਚੁੱਕੇ ਨੇ। ਸਰਕਾਰ ਵੀ ਕੋਰਟ ਦੇ ਵਿੱਚ ਆਪਣਾ ਜਵਾਬ ਦੇਣ ਵਾਸਤੇ ਤਿਆਰ ਨੇ। 28 ਤਰੀਕ ਨੂੰ ਇਸ ਮੁੱਦੇ ਤੇ ਕੋਰਟ ਦਾ ਕੀ ਰੁਖ ਹੁੰਦਾ ਉਹ ਦੇਖਣ ਵਾਲੀ ਗੱਲ ਹੈ। ਅੱਛਾ, ਨਾਲ ਲੱਗਦਾ ਮੈਨੂੰ ਸੰਤਕਰਾਂ ਦਾ ਦੁੱਖ ਵੀ ਹੁਣ ਬਿਆਨ ਕਰਦੇ ਹੋ, ਜਿਹੜੇ ਕੱਲ ਤਾਂ ਕੋਈ ਰੌਲਾ ਰੱਪਾ ਪਾਉਂਦੇ ਰਹੇ ਲੁਧਿਆਣੇ ਦੇ ਵਿੱਚ। 1 ਜੁਲਾਈ ਤੋਂ ਬਿਜਲੀ 600 ਯੂਨਿਟ ਮਾਫ ਹੋਣ ਵਾਲੀ ਹੈ, ਆਮ ਬੰਦੇ ਨੂੰ ਰਾਹਤ ਮਿਲਣ ਵਾਲੀ ਆ। ਪਰ ਤੁਸੀਂ ਜਿਵੇਂ ਮੈਨੂੰ ਦੱਸ ਰਹੇ ਸੀ ਕਿ ਕੋਈ ਨਵਾਂ ਨੋਟੀਫਿਕੇਸ਼ਨ ਹੈ ਔਰ ਕਾਰੋਬਾਰੀਆਂ ਸਨਅਤਕਾਰਾਂ ਨੂੰ ਖਾਸ ਤੌਰ ਤੇ ਇੱਕ ਸਿਕਿਉਰਿਟੀ ਜਮ੍ਹਾਂ ਕਰਾਉਣ ਲਈ ਕਹਿਤਾ ਗਿਆ। ਇਹ ਕੀ ਨਵਾਂ ਮਾਜਰਾ, ਕਿਹੜਾ ਨਵਾਂ ਮਾਮਲਾ ਪੈਦਾ ਹੋ ਗਿਆ? ਇਹ ਤੇ ਜ਼ਰਾ ਚਾਨਣਾ ਪਾ ਦਿਓ। ਦੇਖੋ 1 ਜੁਲਾਈ ਤੋਂ 300 ਯੂਨਿਟ ਜਿਹੜੇ ਪਰ ਮੰਥ ਤੇ 600 ਯੂਨਿਟ 2 ਮਹੀਨੇ ਤੇ ਬਿਜਲੀ ਮਾਫ ਕਰਨ ਦੀ ਘੋਸ਼ਣਾ ਉਹ ਪਹਿਲੇ ਹੀ ਕਰ ਚੁੱਕੇ ਨੇ। ਸਰਕਾਰ ਭਗਵੰਤ ਮਾਨ ਉਹਨਾਂ ਨੇ ਆਪ ਅਨਾਉਂਸਮੈਂਟ ਕੀਤੀ ਸੀਗੀ। ਪਰ ਨਾਲ ਦੇ ਨਾਲ ਪੈਸੇ ਕਿੱਥੋਂ ਆਣਗੇ ਉਹਦਾ ਵੀ ਇੰਤਜ਼ਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਨਅਤਕਾਰਾਂ ਨੂੰ ਕੁਝ ਨੋਟਿਸ ਗਏ ਨੇ ਜਿਹਦੇ ਵਿੱਚ ਪਿਛਲੀ 2 ਸਾਲ ਦੀ ਬਿਜਲੀ ਬਿੱਲਾਂ ਦੀ ਐਵਰੇਜ ਦੇ ਵਿੱਚ ਜਿਹੜੇ ਬਿੱਲ ਉਹਨਾਂ ਦੇ ਸਭ ਤੋਂ ਵੱਧ ਆਏ ਨੇ ਉਹਦੇ ਹਿਸਾਬ ਨਾਲ 45 ਦਿਨ ਦਾ ਸਿਕਿਉਰਿਟੀ ਐਡਵਾਂਸ ਬਿੱਲ ਦਾ ਇੱਕ ਇਹਨਾਂ ਨੇ ਸਕੀਮ ਜੀ ਕੱਢੀ ਹੈ। ਔਰ ਕਾਫੀ ਸਾਰੇ 300 ਦੇ ਕਰੀਬ ਨੋਟਿਸ ਤੇ ਮੋਗਾ ਏਰੀਆ ਦੇ ਵਿੱਚ ਹੀ ਗਏ ਨੇ। ਲੁਧਿਆਣਾ ਦੇ ਵਿੱਚ ਵੀ ਕਾਫੀ ਸਾਰੇ ਨੋਟਿਸ ਗਏ ਨੇ। ਕੱਲ ਇਸ ਮੁੱਦੇ ਦੇ ਉੱਤੇ ਲੁਧਿਆਣਾ ਦੇ ਇੰਡਸਟਰੀਲਿਸਟ ਇਕਜੁੱਟ ਹੋਏ। ਉਹਨਾਂ ਨੇ ਇਹਦਾ ਵਿਰੋਧ ਕੀਤਾ ਕਿ ਅਸੀਂ ਕੋਵਿਡ ਦੇ ਟਾਈਮ ਵਿੱਚ ਵੀ ਬਿਜਲੀ ਦੇ ਬਿੱਲ ਬਿਨਾਂ ਕਾਰੋਬਾਰ ਕੀਤੇ ਹੋਏ ਝੱਲੇ ਸੀਗੇ। ਤੇ ਇਹ ਜਿਹੜੀ ਸਰਕਾਰ ਦੀ ਸਕੀਮ ਹੈਗੀ ਜਿਹਦੇ ਵਿੱਚ 45 ਦਿਨ ਦਾ ਐਡਵਾਂਸ ਡਿਪੋਜ਼ਿਟ ਕਰਨ ਦੀ ਗੱਲ ਕੀਤੀ ਗਈ ਹੈ, ਇਹਦੇ ਨਾਲ ਸਨਅਤਕਾਰਾਂ ਨੂੰ ਜਿਹੜੇ ਆਲਰੇਡੀ ਕੋਵਿਡ ਦੀ ਮਾਰ ਝੇਲ ਰਹੇ ਨੇ ਉਹਨਾਂ ਨੂੰ ਹੋਰ ਨੁਕਸਾਨ ਹੋਏਗਾ। ਹੁਣ ਇਸ ਮੁੱਦੇ ਤੇ ਸਰਕਾਰ ਕੀ ਐਕਸ਼ਨ ਲੈਂਦੀ ਹੈ, ਪਰ ਫਿਲਹਾਲ ਇਹ ਨੋਟਿਸ ਹੌਲੇ ਕਰਕੇ ਭੇਜੇ ਜਾ ਰਹੇ ਨੇ। ਯਾਨੀ ਅਗਰ ਇਹ ਨੋਟਿਸ ਜਾਂਦੇ ਤੇ ਕੋਈ ਸਕੀਮ ਅਨਾਉਂਸ ਹੁੰਦੀ, ਬਿਨਾਂ ਸਕੀਮ ਅਨਾਉਂਸ ਕੀਤੇ ਹੋਏ ਇਹ ਨੋਟਿਸ ਜਾ ਤੇ ਰਹੇ ਨੇ। ਪਰ ਸਨਅਤਕਾਰ ਵੀ ਇਸ ਮੁੱਦੇ ਤੇ ਡਟੇ ਹੋਏ ਨੇ ਕਿ ਅਸੀਂ ਇਸ ਤੁਗਲਕੀ ਫਰਮਾਨ ਨੂੰ ਨਹੀਂ ਮੰਨਾਂਗੇ। ਇਹ ਵਾਈਟ ਪੇਪਰ ਵੈਸੇ ਕਦੀ ਕਹੇ ਜਾਂਦੇ ਆ, ਜਾਰੀ ਕਦੇ ਨਹੀਂ ਹੁੰਦੇ। ਇਹ ਵਾਈਟ ਪੇਪਰ ਪੰਜਾਬ ਦਾ ਕਾਫੀ ਰੌਲਾ ਹੈ। ਕਦੇ ਬਾਦਲ ਸਾਹਿਬ ਨੇ ਕਿਹਾ ਸੀ ਟਰੁੱਥ ਕਮਿਸ਼ਨ ਬਣਾਵਾਂਗੇ, ਜਿੰਨੀਆਂ ਵੀ ਹੱਤਿਆਵਾਂ ਹੋਈਆਂ ਸੀਗੀਆਂ ਕਾਲੇ ਦੌਰ 'ਚ ਉਹਨਾਂ ਦਾ ਸੱਚ ਲਿਆਉਣ ਲਈ। ਉਹ ਵੀ ਧੂੜ ਦੇ ਵਿੱਚ ਹੀ ਗਵਾਚ ਗਿਆ। ਫਿਰ ਇੱਕ ਹੋਰ ਬਿਜਲੀ ਦੇ ਜਿਹੜੇ ਸਮਝੌਤੇ ਕੀਤੇ ਸੀ, ਕੈਪਟਨ ਸਾਹਿਬ ਨੇ ਕਿਹਾ ਸੀ ਉੱਤੇ ਲਿਆਵਾਂਗੇ ਵਾਈਟ ਪੇਪਰ। ਉਹ ਵੀ ਇੱਕ ਕੱਚਾ ਚਿੱਠਾ ਲਿਆਉਣਾ ਸੀਗਾ ਕਿ ਬਿਜਲੀ ਸਮਝੌਤੇ, ਮਹਿੰਗੇ ਬਿਜਲੀ ਸਮਝੌਤੇ ਕਿਹਨੇ ਕਰਤੇ, ਉਹ ਵੀ ਉੱਥੇ ਹੀ ਫਸਿਆ ਰਹਿ ਗਿਆ। ਬਾਕੀ ਵੀ ਕਈ ਵਾਈਟ ਪੇਪਰ, ਹੁਣ ਜਿਹੜੇ ਭਗਵੰਤ ਮਾਨ ਨੇ ਵਾਈਟ ਪੇਪਰ ਲਿਆਉਣਾ, ਇਹ ਕਿੰਨਾ ਕੁ ਕਾਲਾ ਹੋਊਗਾ, ਇਹ ਵੀ ਬੜਾ ਵੱਡਾ ਸਵਾਲ ਆ। ਇਹਦੇ 'ਚ ਕੁਝ ਘਪਲੇ ਵੀ ਦੱਸੇ ਜਾਣਗੇ, ਵਿੱਤੀ ਸਥਿਤੀ ਹੁਣ ਦੀ ਦੱਸੀ ਜਾਊਗੀ ਵੀ ਆਹ ਸਾਡੇ ਪੱਲੇ 'ਚ ਇਹ ਅਸੀਂ ਚਲਾ ਸਕਦੇ ਹਾਂ, ਇੰਨੇ ਕੁ ਸਾਨੂੰ ਲੋਨ ਮਿਲਣਗੇ, ਇੰਨੇ ਕੁ ਸਾਡੇ ਕੋਲ ਲੋਨ ਹੈਗੇ, ਇੰਨੇ ਪਿਛਲੇ ਸਮੇਂ 'ਚ ਕਰਜ਼ੇ ਚੜੇ ਤੇ ਕਿਵੇਂ ਚੜੇ, ਕਿਹੜੇ ਵੱਡੇ ਘਪਲੇ, ਕਿਹੜੀਆਂ ਨਾਕਾਮੀਆਂ, ਉਹ ਸਭ ਦੱਸੀਆਂ ਜਾਣਗੀਆਂ। ਜੇ ਦੱਸੀਆਂ ਜਾਣਗੀਆਂ ਤਾਂ ਆਉਂਦੇ ਦਿਨਾਂ 'ਚ ਤੇ ਰੌਲਾ ਵਾਵਾ, ਮੁੱਦੇ ਬਹੁਤ ਨੇ। ਫਿਰ ਤਾਂ ਜਦ ਗੱਲ ਰੰਧਾਵਾ ਜੀ ਵਾਈਟ ਪੇਪਰ ਤੇ ਆਉਂਦੀ ਹੈ ਨਾ, ਇਸ ਵਾਈਟ ਪੇਪਰ ਨੂੰ ਉਹਨਾਂ ਪੋਲੀਟੀਕਲ ਪਾਰਟੀਆਂ ਨੂੰ ਸਭ ਤੋਂ ਜ਼ਿਆਦਾ ਡਰ ਲੱਗਦਾ ਜਿਨ੍ਹਾਂ ਦੀ ਸਰਕਾਰਾਂ ਪਿਛਲੇ ਸਮੇਂ 'ਚ ਰਹੀਆਂ। ਇਹ ਸਰਕਾਰ ਤੇ ਹੁਣੇ ਆਈ ਹੈ।
ਹੁਣ ਇਸ ਵਾਈਟ ਪੇਪਰ ਦੇ ਵਿੱਚ ਭਗਵੰਤ ਮਾਨ ਸਰਕਾਰ ਦਾਅਵਾ ਕਰਦੀ ਹੈ ਕਿ ਕਿਸ ਤਰੀਕੇ ਨਾਲ ਜਿਹੜੇ ਫੰਡਾਂ ਦੀ ਸਟੇਟ ਦੇ ਐਕਸਚੇਕਰ ਦੀ ਦੁਰਵਰਤੋਂ ਹੋਈ ਹੈ ਉਹਦਾ ਜ਼ਿਕਰ ਹੋਏਗਾ। ਔਰ ਪਿਛਲੇ 15 ਸਾਲਾਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ 2,82,000 ਕਰੋੜ ਰੁਪਏ ਦਾ ਲੋਨ ਉਹ ਪੰਜਾਬ ਤੇ ਚੜਿਆ ਹੈ। ਔਰ ਇਹਨਾਂ ਵਿੱਚੋਂ ਜ਼ਿਆਦਾ ਰਕਮ ਜਿਹੜੀ ਚੜੀ ਹੈ ਉਹ ਪਿਛਲੇ 15 ਸਾਲਾਂ ਦੇ ਵਿੱਚ ਚੜੀ ਹੈ। ਹਾਲਾਂਕਿ ਇਸ ਸਰਕਾਰ ਦੇ ਉੱਤੇ ਵੀ ਇਲਜ਼ਾਮ ਲੱਗਦਾ ਹੈ ਕਿ 3 ਮਹੀਨਿਆਂ ਦੇ ਵਿੱਚ ਇਹਨਾਂ ਨੇ 12,000 ਕਰੋੜ ਦਾ ਹੋਰ ਲੋਨ ਐਡ ਕੀਤਾ। ਉਹ ਲੋਨ ਜਦ ਲਿੱਤਾ ਜਾਂਦਾ ਹੈ ਤੇ ਉਹਦਾ ਯੂਟਿਲਿਟੀ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ। ਉਹਦੇ ਉੱਤੇ ਵੀ ਵਾਈਟ ਪੇਪਰ ਦੇ ਵਿੱਚ ਜ਼ਿਕਰ ਹੋਣ ਦੀ ਸੰਭਾਵਨਾ ਹੈਗੀ ਹੈ ਕਿ ਲੋਨ ਲਿੱਤਾ ਕਿਹਦੇ ਵਾਸਤੇ ਸੀਗਾ ਔਰ ਉਹਦਾ ਯੂਟਿਲਿਟੀ ਸਰਟੀਫਿਕੇਟ ਕੀ ਦਿੱਤਾ। ਯਾਨੀ ਇਸ ਵਾਈਟ ਪੇਪਰ ਦੇ ਆਉਣ ਤੋਂ ਬਾਅਦ ਪੰਜਾਬ ਦੀ ਪੋਲਿਟਿਕਸ ਫੇਰ ਗਰਮਾਨ ਵਾਲੀ ਹੈ, ਕਿਉਂਕਿ ਬਹੁਤ ਸਾਰੇ ਇਦਾਂ ਦੇ ਕੇਸਿਸ ਉਜਾਗਰ ਹੋਣਗੇ ਜਿਹਦੇ ਵਿੱਚ ਦੁਰਵਰਤੋਂ ਹੋ ਸਕਦੀ ਹੈ ਕਿ ਵੀ ਉਸ ਗੱਲ ਨੂੰ ਬੜਾ ਨਿੱਠ ਕੇ ਲਿਖਿਆ ਜਾਏ ਉਸ ਵਾਈਟ ਪੇਪਰ ਦੇ ਵਿੱਚ। ਔਰ ਜਦ ਅਸੀਂ ਵਾਈਟ ਪੇਪਰ ਦੀ ਗੱਲ ਕਰਦੇ ਹਾਂ ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਦਾਂ ਦੇ ਇੱਕ ਵਾਈਟ ਪੇਪਰ ਨੂੰ ਲਿਆਉਣ ਦੀ ਗੱਲ ਵਿਧਾਨ ਸਭਾ ਦੇ ਹੀ ਫਲੋਰ ਤੇ ਕੀਤੀ ਸੀਗੀ, ਜਦ ਉਹ ਗੱਲ ਕਹਿੰਦੇ ਸੀਗੇ ਕਿ ਵੀ ਇਹ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਹੈ ਉਹਨਾਂ ਪਾਵਰ ਪਰਚੇਜ਼ ਐਗਰੀਮੈਂਟ ਦੇ ਉੱਤੇ ਅਸੀਂ ਵਾਈਟ ਪੇਪਰ ਲਿਆਵਾਂਗੇ, ਕਿਉਂਕਿ ਅਕਾਲੀ ਸਰਕਾਰ ਦੇ ਉੱਤੇ ਇਹ ਆਰੋਪ ਲੱਗਦਾ ਸੀਗਾ ਕਿ ਉਹਨਾਂ ਪਾਵਰ ਪਰਚੇਜ਼ ਐਗਰੀਮੈਂਟ ਦੇ ਵਿੱਚ ਸੂਬੇ ਦੇ ਹਿੱਤਾਂ ਨੂੰ ਤਾਕ ਤੇ ਰੱਖਿਆ ਗਿਆ, ਪਰ ਉਹ ਵਾਈਟ ਪੇਪਰ ਕਦੀ ਆ ਨਹੀਂ ਪਾਇਆ। ਇਹਦੇ ਪਿੱਛੇ 75-25 ਦੀ ਗੱਲ ਹੈਗੀ ਹੈ ਜਾਂ ਕੋਈ ਹੋਰ ਗੱਲ ਹੋ ਸਕਦੀ ਹੈ, ਪਰ ਹੁਣ ਇਹ ਵਾਈਟ ਪੇਪਰ ਆ ਰਿਹਾ ਹੈ। ਔਰ ਉਸ ਵਾਈਟ ਪੇਪਰ ਦੇ ਆਉਣ ਤੋਂ ਬਾਅਦ ਬਾਕੀ ਸਾਰੇ ਪੋਲੀਟੀਸ਼ੀਅਨਸ ਦਾ ਕੀ ਬਣੂਗਾ ਔਰ ਕਿਸ ਤਰੀਕੇ ਨਾਲ ਪੁਰਾਣੀ ਸਰਕਾਰਾਂ ਨੂੰ ਘੇਰਿਆ ਜਾ ਸਕਦਾ ਹੈ ਔਰ ਇੱਕ ਆਮ ਆਦਮੀ ਨੂੰ ਕਿਸ ਤਰੀਕੇ ਨਾਲ ਸਰਕਾਰ ਇਹ ਦਿਖਾਉਣ ਦੀ ਕੋਸ਼ਿਸ਼ ਕਰੇਗੀ ਕਿ ਸਾਡੀ ਜੇਬ ਵਿੱਚ ਇੰਨੇ ਪੈਸੇ ਹੈਗੇ ਹੈ ਔਰ ਅਸੀਂ ਇਸ ਜੇਬ ਦੇ ਪੈਸੇ ਨੂੰ ਹੋਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਦ ਇਹ ਵੱਧ ਜਾਣਗੇ ਤੇ ਤੁਹਾਡੀ ਹੋਰ ਸਕੀਮਾਂ ਜਿਹੜੇ 1,000 ਰੁਪਇਆ ਪ੍ਰਤੀ ਮਾਹ ਮਹਿਲਾਵਾਂ ਨੂੰ ਦੇਣ ਦੀ ਗੱਲ ਕੀਤੀ ਸੀਗੀ ਜਾਂ ਫਿਰ ਹੋਰ ਇੱਦਾਂ ਦੀ ਸਕੀਮਾਂ ਜਿਹਦੇ ਰਾਹੀਂ ਲੋਕਾਂ ਨੂੰ ਕੁਝ ਸੁੱਖ ਸੁਵਿਧਾਵਾਂ ਜਾਂ ਫਿਰ ਕੋਈ ਫ੍ਰੀਬੀਜ਼ ਦੇਣ ਦੀ ਗੱਲ ਕੀਤੀ ਸੀਗੀ, ਉਹ ਹਜੇ ਦੇਣ ਦੇ ਵਿੱਚ ਟਾਈਮ ਲੱਗੇਗਾ। ਇਸ ਵਾਈਟ ਪੇਪਰ ਦੇ ਰਾਹੀਂ ਇੱਕ ਤੀਰ ਤੋਂ ਦੋ ਨਿਸ਼ਾਨੇ ਮਾਰਨ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਕਰੇਗੀ। ਬਿਲਕੁਲ ਠੀਕ ਕਹਿ ਰਹੇ ਹੋ, ਪਰ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਵਾਈਟ ਪੇਪਰ ਆਉਣ ਤੋਂ ਪਹਿਲਾਂ ਇੱਕ ਨਤੀਜਾ ਸੰਗਰੂਰ ਦਾ ਵੀ ਆਉਣਾ। ਉਹ ਸੰਗਰੂਰ ਦਾ ਨਤੀਜਾ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ 'ਚ ਉਤਸ਼ਾਹ ਨੂੰ ਵਧਾਏਗਾ ਕਿ ਘਟਾਏਗਾ, ਜਾਂ ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਉੱਤੇ ਅਸਰ ਪੈਂਦਾ ਕਿ ਨਹੀਂ ਪੈਂਦਾ, ਇਹ ਤਾਂ ਨਤੀਜਾ ਦੱਸੂਗਾ। ਔਰ ਉਹ ਨਤੀਜਾ ਕੱਲ ਨੂੰ ਤੁਹਾਨੂੰ ਲਗਭਗ 12 ਵਜੇ ਤੱਕ ਕਲੀਅਰ ਹੀ ਹੋ ਜਾਣਾ। ਉਦੋਂ ਤੱਕ ਸਭ ਸਾਫ਼ ਹੋ ਜਾਊਗਾ ਕਿ ਅਗਲੇ ਸਮੇਂ 'ਚ ਕਿਹੜੀ ਪਾਰਟੀ ਨੇ ਕਿੱਦਾਂ ਦਾ ਰੁਖ ਅਖਤਿਆਰ ਕਰਨਾ। ਖੈਰ, ਇੱਕ ਅੰਕੜਾ ਜਿਹੜਾ ਭਾਸਕਰ ਸਾਹਿਬ ਨੇ ਦਿੱਤਾ ਸੀਗਾ ਸੈਨੀਟਾਈਜ਼ਰਸ ਨੂੰ ਲੈ ਕੇ, ਜਿਹੜਾ ਚੋਣ ਕਮਿਸ਼ਨ ਲਈ ਖਰੀਦਿਆ 58 ਕਿਹਾ ਸੀ, ਪਰ ਮੈਨੂੰ ਯਾਦ ਹੈ ਅਸੀਂ ਪਹਿਲੇ ਵੀ ਪ੍ਰੋਗਰਾਮਾਂ 'ਚ ਉਹਦਾ ਜ਼ਿਕਰ ਕੀਤਾ ਸੀ, ਉਹ 54.54 ਪੈਸੇ ਦਾ ਖਰੀਦਿਆ ਗਿਆ ਸੀਗਾ। ਇਹ ਅੰਕੜਿਆਂ ਦੇ ਵਿੱਚ ਸੀ। ਸੋ ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।